ਸਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ, ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਜੋ ਰਾਗ ਆਸਾ ਦੇ ਵਿੱਚ ਹੈ, ਜਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਤੇ ਇਸ ਲੜੀ ਦੇ ਤਹਿਤ ਅੱਜ ਆਪਾਂ 7 ਨੰਬਰ ਪੌੜੀ ਦੇ ਨਾਲ ਜੋ 2 ਸਲੋਕ ਆਏ ਨੇ, ਉਹਨਾਂ ਸਲੋਕਾਂ ਵਿੱਚੋਂ ਪਹਿਲੇ ਸਲੋਕ ਦਾ ਪਾਠ ਬੜੇ ਪਿਆਰ ਨਾਲ ਸੁਰਤ ਟਿਕਾ ਕੇ ਸਰਵਣ ਕੀਤਾ ਹੈ, ਜਿਸ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਜਿਵੇਂ ਕਿ ਆਪਾਂ ਪਿਛਲੀਆਂ ਪੌੜੀਆਂ ਦੀ ਜਦੋਂ ਵਿਚਾਰ ਕਰਦੇ ਆ ਰਹੇ ਹਾਂ ਤਾਂ ਇੱਕ ਗੱਲ ਆਪਾਂ ਬਾਰ-ਬਾਰ ਦੁਹਰਾਉਂਦੇ ਹਾਂ, ਤਾਂ ਕਿ ਜਿਹੜੇ ਨਵੇਂ ਸਰੋਤੇ ਰੋਜ਼ ਜੁੜਦੇ ਨੇ ਉਹਨਾਂ ਨੂੰ ਵੀ ਇਹ ਗੱਲ ਸਮਝਣੀ ਸੌਖੀ ਲੱਗੇ ਕਿ ਗੁਰਦੇਵ ਪਿਤਾ ਮਹਾਰਾਜ ਜੀ ਨੇ ਜੋ ਵਿਚਾਰ ਪੌੜੀਆਂ ਵਿੱਚ ਬਖਸ਼ਿਸ਼ ਕੀਤੀ ਹੈ, ਉਸੇ ਵਿਚਾਰ ਨੂੰ ਸਲੋਕਾਂ ਵਿੱਚ ਅੱਗੇ ਤੋਰਿਆ, ਕਿਉਂਕਿ ਗੁਰਦੇਵ ਜੀ ਦੇ ਸਮਝਾਉਣ ਦਾ ਇੱਕ ਤਰੀਕਾ ਹੈ। ਜਿਸ ਵਿਸ਼ੇ ਦੀ ਗੱਲ ਉਹ ਇੱਕ ਸਲੋਕ ਵਿੱਚ ਕਰਦੇ ਨੇ, ਕਈ ਵਾਰੀ 2-2 3-3 4-4 ਸਲੋਕ ਇਕੱਠੇ ਉਸ ਵਿਸ਼ੇ ਨਾਲ ਸੰਬੰਧਿਤ ਗੁਰਦੇਵ ਜੀ ਨੇ ਉਚਾਰਨ ਕੀਤੇ ਨੇ। ਭਾਵੇਂ ਉਹ ਸਲੋਕ ਗੁਰੂ ਅੰਗਦ ਸਾਹਿਬ ਜੀ ਦੇ ਹੋਣ, ਭਾਵੇਂ ਉਹ ਸਲੋਕ ਗੁਰੂ ਨਾਨਕ ਸਾਹਿਬ ਜੀ ਦੇ ਹੋਣ, ਭਾਵੇਂ ਗੁਰੂ ਅਮਰਦਾਸ ਜੀ ਦੇ ਹੋਣ, ਕਿਸੇ ਵੀ ਗੁਰੂ ਪਾਤਸ਼ਾਹ ਜੀ ਨੇ, ਕਿਉਂਕਿ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ। ਤੋ ਪਾਤਸ਼ਾਹ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਸਾਡੀ ਝੋਲੀ ਵਿੱਚ ਇਹ ਸੋਹਣੀ ਦਾਤ ਪਾਈ ਹੈ, ਜਿਹਦੇ ਨਾਲ ਅਸੀਂ ਆਪਣੇ ਜੀਵਨ ਨੂੰ ਸਚਿਆਰ ਬਣਾ ਸਕੀਏ, ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕੀਏ। ਗੁਰਦੇਵ ਪਿਤਾ ਮਹਾਰਾਜ ਜੀ ਨੇ ਜਿਹੜੀ ਗੱਲ ਪੌੜੀ ਵਿੱਚ ਕੀਤੀ ਹੈ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਕਿ ਜਿਨ੍ਹਾਂ ਮਨੁੱਖਾਂ ਦੇ ਅੰਦਰ ਸਬਰ ਹੈ, ਸੰਤੋਖ ਹੈ, ਉਹੋ ਹੀ ਉਸ ਮਾਲਕ ਦੀ ਖੂਬਸੂਰਤ ਤਰੀਕੇ ਨਾਲ ਸੇਵਾ ਕਰਦੇ ਨੇ। ਆਪਾਂ ਕੱਲ੍ਹ ਇਸ ਪੌੜੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ, ਜਿਹਦੇ 'ਚ ਗੁਰਦੇਵ ਜੀ ਨੇ ਵਡਿਆਈ ਵੱਡਾ ਪਾਇਆ, ਵਡਿਆਈਆਂ ਦੁਆਰਾ ਹੀ ਉਸ ਵੱਡੇ ਦੀ ਪ੍ਰਾਪਤੀ ਹੁੰਦੀ ਹੈ। ਅਤੇ ਵਡਿਆਈ ਦਾ ਮੇਨ ਭਾਵ ਹੀ ਇਹੋ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਵਿੱਚ ਸਬਰ ਸੰਤੋਖ ਲੈ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਬਤੀਤ ਕਰੇ। ਪਾਤਸ਼ਾਹ ਜੀ ਨੇ ਸਲੋਕ ਵਿੱਚ ਵਿਚਾਰ ਬਖਸ਼ਿਸ਼ ਕੀਤੀ ਹੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ। ਨਾਨਕ ਹੁਕਮੀ ਲਿਖੀਐ ਲੇਖ, ਹੁਕਮ ਦੁਆਰਾ ਹੀ ਲੇਖ ਲਿਖਿਆ ਜਾਂਦਾ। ਭਾਵ ਜਿਵੇਂ ਆਪਾਂ ਪਿੱਛੇ ਸਰਵਣ ਕਰਦੇ ਆ ਰਹੇ ਹਾਂ ਕਿ ਪਰਮੇਸ਼ਰ ਦਾ ਹੁਕਮ ਸਮੁੱਚੀ ਕਾਇਨਾਤ ਉੱਤੇ ਇੱਕੋ ਜਿਹਾ ਲਾਗੂ ਹੈ, ਭਾਵੇਂ ਜੀਵ ਹੈ, ਮਨੁੱਖ ਹੈ, ਭਾਵੇਂ ਕੋਈ ਫਲ ਹੈ, ਕੋਈ ਦਰਖਤ ਹੈ, ਕੋਈ ਪਸ਼ੂ ਹੈ, ਕੋਈ ਪੰਛੀ ਹੈ, ਹੁਕਮ ਸਾਰਿਆਂ 'ਤੇ ਬਰਾਬਰ ਲਾਗੂ ਹੈ। ਪਰ ਸਮਝਾਇਆ ਇਸ ਮਨੁੱਖ ਨੂੰ ਗਿਆ, ਕਿਸੇ ਜੀਵ ਜੰਤੂ ਨੂੰ ਨਹੀਂ ਸਮਝਾਇਆ ਗਿਆ।
क्योंकि जिहड़ा हौमे है ना, हौमे आई मनुख दे हिस्से है, किसी होर जीव जंतु दे हिस्से हौमे आई नहीं। क्योंकि इहदा वाक गुरदेव ने बाणी च बहुत सोहणे तरीके नाल उचारण कीता है कि हौमे रोग मानुख को दीना। जदों इदां रोगां दी गल कीती है तो हौमे की जदों गिनती आई, हौमे कल्ली मनुख दे विच है, किसी होर जीव जंतु विच ये नहीं है। हौं मैं आ कीता है। तो जिहड़ी हौं मैं है ना, ये किते ना किते इंसान का नुकसान करती है। जिहड़ी हौं विच है, भाव हौमे है, ये मनुख नूं कई वारी सिੱਖਣ नहीं दिंदी, तरक्की विच बहुत वड्डी कई वारी रुकावट खड़ी हो जाती है। कई वारी पता हुंदा भी आह गल मेरे नालों बंदे ने सियाणी कही है, पर विच हौमे करके बंदा सिੱਖਣ नूं तैयार नहीं। पातशाह जी इत्थे बख्शिश कर, नानक हुक्मी लिखिए लेख, हे नानक ਉਹਦੇ ਹੁਕਮ ਦੁਆਰਾ ਹੀ ਇਹ ਲੇਖ ਸਾਰਿਆਂ ਦੇ ਮੱਥੇ ਤੇ ਲਿਖਿਆ ਹੋਇਆ ਹੈ। ਜਿਹਾ ਵੇਖੈ ਤਿਹਾ ਵੇਖ। ਜਿਹਾ ਵੇਖੇ ਦਾ ਅਰਥ ਕੀ ਹੈ? ਜਿੱਦਾਂ ਦੀ ਇਨਸਾਨ ਦੀ ਨੀਅਤ ਹੈ, ਵੇਖੈ ਜਿੱਦਾਂ ਦਾ ਵੇਖਦਾ ਹੈ, ਜਿੱਦਾਂ ਦਾ ਉਹਦਾ ਲੋਕਾਂ ਨਾਲ ਵਿਹਾਰ ਹੈ, ਤਿਹਾ ਵੇਖ ਦਾ ਅਰਥ ਹੈ ਉੱਦਾਂ ਦਾ ਉਹਦਾ ਅੰਦਰਲਾ ਸਰੂਪ ਬਣ ਜਾਂਦਾ ਹੈ। ਇੱਥੇ ਬਾਹਰਲੇ ਸਰੂਪ ਦੀ ਗੱਲ ਨਹੀਂ ਹੋ ਰਹੀ, ਅੰਦਰਲੇ ਸਰੂਪ ਦੀ ਗੱਲ ਹੋ ਰਹੀ ਹੈ। ਜਿੱਦਾਂ ਦੀ ਨੀਅਤ ਹੁੰਦੀ ਹੈ ਉੱਦਾਂ ਦਾ ਮਨੁੱਖ ਅੰਦਰੋਂ ਬਣ ਜਾਂਦਾ ਹੈ। ਅਤੇ ਨੀਅਤ ਬੰਦੇ ਦੇ ਸੰਸਕਾਰਾਂ 'ਤੇ ਡਿਪੈਂਡ ਕਰਦੀ ਹੈ। ਜਿੱਦਾਂ ਦੇ ਅੰਦਰ ਬੰਦੇ ਦੇ ਸੰਸਕਾਰ ਇਕੱਠੇ ਹੋਏ ਨੇ, ਉੱਦਾਂ ਦੀ ਨੀਅਤ ਹੋਏਗੀ। ਜਿੱਦਾਂ ਦੀ ਨੀਅਤ ਹੋਏਗੀ ਉੱਦਾਂ ਦੇ ਬੰਦੇ ਦੀ ਅੰਦਰ ਦੀ ਸ਼ਕਲ ਹੋਏਗੀ। ਅਤੇ ਅੰਦਰ ਦੀ ਸ਼ਕਲ ਪਹਿਚਾਨਣੀ ਬਹੁਤ ਔਖੀ ਹੁੰਦੀ ਕਈ ਵਾਰੀ। ਬਾਹਰ ਦੀ ਸ਼ਕਲ 'ਤੇ ਤੁਸੀਂ ਇੱਕ ਸਕਿੰਟ ਮਿੰਟ ਵਿੱਚ ਦੱਸ ਦਿੰਦੇ ਹੋ ਕਿ ਇਹਦੀ ਸਕਿਨ ਚਿੱਟੀ ਹੈ, ਇਹਦਾ ਰੰਗ ਸਾਂਵਲਾ ਹੈ, ਇਹਦੇ ਨੈਣ ਨਕਸ਼ ਟੇਢੇ ਨੇ, ਤਿੱਖੇ ਨੇ, ਤੁਸੀਂ ਦੱਸ ਦਿੰਦੇ ਹੋ। ਪਰ ਅੰਦਰ ਦਾ ਸਰੂਪ ਬਾਣੀ 'ਚ, ਕਿਉਂਕਿ ਰੂਪ ਦੋ ਆਏ ਨੇ ਬਾਣੀ 'ਚ, ਮੈਂ ਪੱਤ ਕੀ ਪੰਧ ਨਾ ਕਰਨੀ ਕੀ ਕਾਰ, ਹਾਂ ਵਿਗੜਿਆ ਰੂਪ। ਉਹ ਕਿਹੜਾ ਰੂਪ ਹੈ? ਜਿਹੜਾ ਮਨੁੱਖ ਸੱਚ ਦੇ ਰਸਤੇ 'ਤੇ ਨਾ ਤੁਰਨ ਕਰਕੇ ਆਪਣਾ ਵਿਗਾੜ ਲੈਂਦਾ, ਉਹ ਰੂਪ ਅੰਦਰਲਾ ਹੈ। ਜਿਹਾ ਵੇਖੇ ਤਿਹਾ ਵੇਖ। ਜਿੱਦਾਂ ਦੇ ਬੰਦੇ ਦੇ ਸੰਸਕਾਰ ਨੇ, ਇੱਦਾਂ ਕਹਿ ਲਓ ਜਿੱਦਾਂ ਦੀ ਬੰਦੇ ਦੀ ਨੀਅਤ ਹੈ, ਜਿੱਦਾਂ ਦਾ ਬੰਦਾ ਲੋਕਾਂ ਨਾਲ ਵਿਹਾਰ ਕਰਦਾ ਹੈ, ਉੱਦਾਂ ਦੀ ਉਹਦੀ ਅੰਦਰ ਦੀ ਸ਼ਖਸੀਅਤ ਸ਼ਕਲ ਬਣ ਜਾਂਦੀ ਹੈ। ਅਤੇ ਫਿਰ ਉੱਦਾਂ ਦਾ ਹੀ ਲੇਖ ਲਿਖਿਆ ਜਾਣਾ। ਹੁਣ ਲੇਖ ਗਲਤ ਥੋੜ੍ਹਾ ਲਿਖਿਆ, ਲੇਖ ਤੇਰੇ ਸੰਸਕਾਰਾਂ ਮੁਤਾਬਕ ਲਿਖਿਆ ਜਾ ਰਿਹਾ। ਕਿਉਂਕਿ ਦੱਦੈ ਦੋਸ਼ ਨਾ ਦੇਊਂ ਕਿਸੇ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਵਰਜਨਾ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ। ਨਾ ਮਾਤਾ ਦੇ ਗਰਭ 'ਚੋਂ ਕੋਈ ਧਰਮੀ ਪੈਦਾ ਹੁੰਦਾ ਹੈ, ਨਾ ਮਾਤਾ ਦੇ ਗਰਭ 'ਚੋਂ ਕੋਈ ਪਾਪੀ ਪੈਦਾ ਹੁੰਦਾ ਹੈ। ਉਹਦੇ ਸੰਸਕਾਰ, ਉਹਦਾ ਸੁਭਾਅ, ਉਹਦਾ ਆਚਰਣ, ਉਹਦਾ ਕਿਰਦਾਰ, ਉਹਦਾ ਕਰੈਕਟਰ ਉਹਨੂੰ ਧਰਮੀ ਬਣਾਉਂਦਾ ਹੈ, ਉਹਦਾ ਕਰੈਕਟਰ ਉਹਨੂੰ ਅਧਰਮੀ ਅਤੇ ਪਾਪੀ ਬਣਾਉਂਦਾ ਹੈ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣਾ ਪਾਪੀ ਜਾਣੀਏ। ਜਿਹਾ ਵੇਖੇ, ਜਿਹਾ ਵੇਖੇ ਦਾ ਅਰਥ ਕੀ ਹੈ? ਜਿੱਦਾਂ ਦਾ ਬੰਦਾ ਵੇਖਦਾ। ਜਿੱਦਾਂ ਵੇਖਣ ਦਾ ਅਰਥ ਹੈ ਜਿੱਦਾਂ ਦੀ ਬੰਦੇ ਦੀ ਨੀਅਤ ਹੈ। ਨੀਅਤ ਤੇ ਬੰਦੇ ਦੇ ਆਪਣੇ ਹੱਥ ਵਸ ਹੈ ਨਾ। ਤੁਸੀਂ ਇੱਕ ਦੂਜੇ ਦੀ ਨੀਅਤ ਥੋੜ੍ਹਾ ਚੇਂਜ ਕਰ ਸਕਦੇ ਹੋ। ਜਿੱਦਾਂ ਇੱਕ ਦੂਜੇ ਦੀ ਨੀਅਤ ਚੇਂਜ ਕੀਤੀ ਜਾਂਦੀ ਹੁੰਦੀ ਤਾਂ ਬਹੁਤ ਕੁਝ ਹੋ ਜਾਣਾ ਸੀ। ਫਿਰ ਚੰਗਿਆਂ ਬੰਦਿਆਂ ਦੇ ਮਾੜਿਆਂ ਦੀ ਨੀਅਤ ਚੇਂਜ ਕਰ ਦੇਣੀ ਸੀ। ਇੱਕੋ ਹੀ ਤਾਂ ਚੀਜ਼ ਹੈ ਜਿਹੜੀ ਬੰਦਾ ਆਪਣੀ ਖੁਦ ਆਪ ਚੇਂਜ ਕਰ ਸਕਦਾ। ਉਹ ਬੰਦਾ ਆਪਣਾ ਸੁਭਾਅ, ਆਪਣੇ ਵਿਚਾਰ, ਆਪਣੇ ਖਿਆਲਾਤ ਖੁਦ ਚੇਂਜ ਕਰ ਸਕਦਾ, ਦੂਜਾ ਨਹੀਂ ਕਰ ਸਕਦਾ। ਕਮਾਲ ਦੀ ਗੱਲ ਵੇਖੋ, ਤੁਸੀਂ ਧੱਕੇ ਨਾਲ ਕਿਸੇ ਦੇ ਕੱਪੜੇ ਵੀ ਗਲ ਪਾ ਸਕਦੇ ਹੋ। ਬੰਨ੍ਹ ਕੇ ਧੱਕੇ ਨਾਲ ਕੱਪੜੇ ਪਾ ਦਿਓਗੇ। ਖਾਣਾ ਤੁਸੀਂ ਧੱਕੇ ਨਾਲ ਖਵਾਉਣ ਦੀ ਕੋਸ਼ਿਸ਼ ਕਰੋ, ਹੋ ਸਕਦਾ ਇੱਕ ਦੀ ਬੁਰਕੀ ਧੱਕੇ ਨਾਲ ਖਵਾ ਦਿਓ, ਪਰ ਵਿਚਾਰ ਨਹੀਂ ਤੁਸੀਂ ਧੱਕੇ ਨਾਲ ਕਿਸੇ ਦੇ ਚੇਂਜ ਕਰ ਸਕਦੇ। ਧੱਕੇ ਨਾਲ ਚੇਂਜ ਨਹੀਂ। ਇਹ ਗੱਲ ਵਿਚਾਰ ਬੰਦੇ ਨੇ ਖੁਦ ਆਪ ਚੇਂਜ ਆਪਣੇ ਕਰਨੇ ਨੇ। ਹੋ ਸਕਦਾ ਧੱਕੇ ਨਾਲ ਤੁਸੀਂ ਬੰਨ੍ਹ ਕੇ ਇੱਕ ਦੀ ਬੁਰਕੀ ਉਹਦੇ ਮੂੰਹ 'ਚ ਧੱਕ ਦਿਓ, ਪਰ ਇੱਦਾਂ ਜੇ ਹੁੰਦਾ ਹੋਵੇ ਕਿ ਧੱਕੇ ਨਾਲ ਵਿਚਾਰ ਵੀ ਚੇਂਜ ਹੁੰਦੇ, ਫਿਰ ਤਾਂ ਦੁਨੀਆ 'ਤੇ ਬਹੁਤ ਕੁਝ ਵਾਪਰ ਸਕਦਾ। ਇੱਕੋ ਹੀ ਚੀਜ਼ ਹੈ ਜਿਹੜੀ ਨੀਅਤ, ਸੰਸਕਾਰ, ਜਿਹੜੇ ਖੁਦ ਬੰਦੇ ਦੇ ਆਪਣੇ ਹੱਥ ਵਿੱਚ ਹੈ। ਇਹ ਤਾਂ ਹੀ ਪਾਤਸ਼ਾਹ ਨੂੰ ਕਹਿਣਾ ਪਿਆ ਸੀ ਕਿ ਜਿਹੜੇ ਪੰਜਾਂ ਵਿਕਾਰਾਂ ਦਾ ਪ੍ਰਭਾਵ ਜਦੋਂ ਇਨਸਾਨ 'ਤੇ ਪੈਂਦਾ, ਉਹਨਾਂ ਤੋਂ ਨਾ ਮਾਂ ਬਚਾ ਸਕਦੀ ਹੈ, ਨਾ ਪਿਓ ਬਚਾ ਸਕਦਾ ਹੈ, ਨਾ ਭੈਣ ਬਚਾ ਸਕਦੀ ਹੈ, ਨਾ ਪਤਨੀ ਬਚਾ ਸਕਦੀ ਹੈ, ਨਾ ਬੱਚੇ, ਨਾ ਪਿਤਾ, ਕੋਈ ਵੀ ਨਹੀਂ ਬਚਾ ਸਕਦਾ। ਉਹ ਤੋਂ ਖੁਦ ਆਪਣੇ ਆਪ ਨੂੰ ਆਪ ਬਚਾਉਣਾ ਪਿਆ। ਉਨ 'ਤੇ ਰਾਖੈ ਬਾਪ ਨਾ ਮਾਈ, ਉਨ 'ਤੇ ਰਾਖੈ ਮੀਤ ਨਾ ਭਾਈ। ਦਰਬ ਸਿਆਣਪ ਨਾ ਹੋਏ ਰਹਤੇ, ਇੱਕੋ ਹੀ ਥਾਂ ਸਾਧ ਸੰਗ ਦੁਸ਼ਟ ਵਸ ਹੋਤੇ। ਸਾਧ ਕੌਣ ਹੈ? ਗੁਰੂ। ਸਾਧੂ ਗੁਰੂ ਦਾ ਸੰਗ ਕੀਤਿਆਂ ਉਹਨਾਂ ਦੁਸ਼ਟਾਂ ਨੂੰ ਵਸ ਕੀਤਾ ਜਾ ਸਕਦਾ, ਜਿਹੜੇ ਇਹਦੇ ਅੰਦਰ ਦੀ ਸ਼ਖਸੀਅਤ ਵਿਗਾੜਦੇ ਨੇ।
ਜਿਹਾ ਵੇਖੈ ਤਿਹਾ ਵੇਖ। ਨਾਨਕ ਹੁਕਮੀ ਲਿਖੀਐ ਲੇਖ। ਹੁਣ ਜਿਹੜਾ ਹੁਕਮੀ ਲਿਖੀਐ ਲੇਖ ਹੈ ਨਾ, ਹੁਕਮ ਸਾਰਿਆਂ ਤੇ ਬਰਾਬਰ ਲਾਗੂ ਹੈ ਤੇ ਤੇਰੇ ਨੀਅਤ ਕਰਕੇ ਲੇਖ ਉਦਾਂ ਦਾ ਲਿਖਿਆ ਗਿਆ। ਬਸ ਆਹ ਚੇਤਾ ਰੱਖਣਾ, ਹੁਕਮ ਸਾਰਿਆਂ ਤੇ ਬਰਾਬਰ ਲਾਗੂ ਸੀ, ਤੇਰੀ ਨੀਅਤ ਕਰਕੇ ਲੇਖ, ਹੁਣ ਤੇਰੀ ਨੀਅਤ ਮਾੜੀ ਤੇ ਲੇਖ ਮਾੜਾ, ਨੀਅਤ ਚੰਗੀ ਤੇ ਲੇਖ ਚੰਗਾ, ਤੇਰੇ ਸੰਸਕਾਰ ਚੰਗੇ ਤੇ ਲੇਖ ਚੰਗਾ, ਤੇਰੇ ਸੰਸਕਾਰ ਮਾੜੇ ਤੇ ਲੇਖ ਮਾੜਾ। ਕਰਲੀ ਕਾਗਜ਼ ਜੋ ਨਾ ਮਨ ਮਸਵਾਣੀ ਹੈ, ਬੁਰਾ ਭਲਾ ਦੋਏ ਲੇਖ ਪਾਏ। ਦੋ ਆਰਟੀਕਲ ਨੇ, ਬੁਰਾ ਤੇ ਭਲਾ। ਜਿਉਂ ਜਿਉਂ ਕਿਰਤ ਚਲਾਏ, ਜਿੱਦਾਂ ਜਿੱਦਾਂ ਬੰਦੇ ਨੂੰ ਕਿਰਤ ਸੁਭਾਅ ਚਲਾਉਂਦਾ ਤਿਉਂ ਚੱਲੀਏ, ਤੋ ਗੁਣਾ ਹੀ ਅੰਤ ਹਰੇ। ਤੋ ਪਾਤਸ਼ਾਹ ਇੱਥੇ ਬੜਾ ਪਿਆਰਾ ਬਚਨ ਕਰਦੇ ਨੇ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ। ਪੌੜੀ ਦੇ ਨਾਲ ਰੱਖਿਓ, ਸੇਵ ਕੀਤੀ ਸੰਤੋਖੀ, ਜਿਨੇ ਸੱਚੋ ਸੱਚ ਧਿਆਇਆ। ਉਨੀ ਮੰਦੇ ਪੈਰ ਨਾ ਰੱਖਿਓ। ਜਿਹੜਾ ਸਬਰ ਵਾਲਾ ਬੰਦਾ ਹੈ ਨਾ, ਉਹ ਫਿਰ ਮੰਦੇ ਬੰਨੇ ਪੈਰ ਨਹੀਂ ਰੱਖਦਾ, ਉਹ ਫਿਰ ਜਿਹਾ ਵੇਖੇ, ਉਹ ਆਪਣੀ ਨੀਅਤ ਮਾੜੀ ਹੋਏਗੀ ਤੇ ਮੰਦੇ ਪੈਰ ਰੱਖੇਗਾ ਨਾ। ਉਹ ਨਹੀਂ ਮੰਦੇ ਪੈਰ ਨਾ ਕਰ, ਸੋਕ੍ਰਿਤ ਧਰਮ ਕਮਾਇਆ। ਭਲਾ ਕੰਮ ਕਰਕੇ, ਸੋਕ੍ਰਿਤ ਨੂੰ ਚੰਗਾ ਭਲਾ ਕੰਮ ਕਰਕੇ ਆਪਣਾ ਉਹ ਧਰਮ ਕਮਾਉਂਦਾ, ਆਪਣਾ ਫਰਜ਼ ਨਿਭਾਉਂਦਾ ਹੈ। ਉਹਨੇ ਦੁਨੀਆ ਤੋੜੇ ਬੰਧਨ। ਉਹ ਦੁਨੀਆ ਦੇ ਉਹਨਾਂ ਬੰਧਨਾਂ ਵਿੱਚ ਨਹੀਂ ਹੈ ਜਿਹੜੇ ਬੰਧਨ ਉਹਨੂੰ ਉਹਦੀ ਸ਼ਖਸੀਅਤ ਵਿਗਾੜਦੇ ਹੋਣ, ਉਹ ਬੰਧਨ ਜਿਹੜੇ ਲੇਖ ਗਲਤ ਬਣਾਉਂਦੇ ਹੋਣ ਤੇ ਬਾਅਦ ਵਿੱਚ ਮੁੜ ਕੇ ਬੰਦਾ ਕੁਛ ਲੇਖਾਂ 'ਚ ਇੰਝ ਲਿਖਿਆ ਰੱਬ ਨੇ। ਰੱਬ ਨਹੀਂ ਲਿਖਦਾ ਲੇਖਾਂ 'ਚ ਕਿਤੇ, ਫਿਰ ਬੰਦਾ ਤੇ ਮੁਕਤ ਹੋ ਗਿਆ। ਲੇਖ ਖੁਦ ਬੰਦਾ ਖੁਦ ਆਪ ਲਿਖਦਾ। ਯਾਦ ਰੱਖਣਾ, ਜਿਹੜੀ ਕਿਸਮਤ ਹੈ ਨਾ, ਕਿਸਮਤ ਲੇਖ ਭਾਗ ਇਹ ਬੰਦੇ ਦੇ ਆਪਣੇ ਹੱਥ ਵੱਸ ਹੈ। ਤੁਸੀਂ ਇੰਟਰਨੈਟ 'ਤੇ ਵੇਖਿਓ, ਕਈ ਬੰਦੇ ਬਿਲਕੁਲ ਅਪਾਹਜ ਹੋਣਗੇ, ਉਹ ਕੰਮ ਕਰਦੇ ਹੋਣਗੇ। ਕਈ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ, ਕਈ ਬੰਦਿਆਂ ਦੀ ਇੱਕ ਲੱਤ ਕੰਮ ਨਹੀਂ ਕਰਦੀ, ਰਿਕਸ਼ਾ ਚਲਾ ਰਹੇ ਨੇ, ਹੱਥ ਕੰਮ ਨਹੀਂ ਕਰਦੀ, ਫਿਰ ਵੀ ਉਹ ਕੰਮ ਕਰ ਰਹੇ ਨੇ। ਬੜੇ ਬੜੇ ਇੱਕ ਦਿਨ ਮੈਂ ਕੱਲ੍ਹ ਇੱਕ ਵੀਡੀਓ ਵੇਖ ਰਿਹਾ ਸੀ, ਉਹ ਅਪਾਹਜ ਬੰਦਾ ਹੈ, ਉਹ ਪੇਂਟ ਕਰ ਰਿਹਾ, ਪੈਰ ਦੇ ਵਿੱਚ ਬਰਸ਼ ਲਾ ਕੇ ਪੇਂਟ ਕਰ ਰਿਹਾ। ਤਾਂ ਵੀਡੀਓ ਲੋਕ ਸ਼ੇਅਰ ਕਰ ਰਹੇ ਨੇ ਵੀ ਵੇਖੋ, ਹੱਥਾਂ ਵਾਲੇ ਭੀਖ ਮੰਗ ਰਹੇ ਨੇ ਤੇ ਜਿਹਦੇ ਬੰਦੇ ਦੇ ਹੱਥ ਪੈਰ ਕੰਮ ਨਹੀਂ ਕਰਦੇ ਉਹ ਕੰਮ ਕਰ ਰਹੇ। ਹੁਣ ਉਹਨੇ ਦੱਸਤਾ ਵੀ ਉਹਨੇ ਕਿਸਮਤ ਉਹਨੇ ਬਦਲ ਦਿੱਤੀ ਆਪਣੀ। ਤੇ ਕਈ ਕਿਸਮਤ ਨੂੰ ਰੋਂਦੇ ਰਹਿੰਦੇ, ਭਾਗ ਮਾੜੇ। ਇਹ ਮੈਂ ਗੱਲ ਕਈ ਵਾਰੀ ਦੱਸੀ ਹੈ ਵੀ ਕਈ ਬੰਦੇ ਦੁਕਾਨ ਕਿਰਾਏ 'ਤੇ ਲੈ ਕੇ ਵੀ ਚੰਗਿਆਂ ਭਲਿਆਂ ਸਕੂਲਾਂ 'ਚ ਆਪਣੇ ਬੱਚੇ ਪੜ੍ਹਾ ਰਹੇ ਨੇ, ਤੇ ਕਈਆਂ ਦਾ ਆਪਣੀ ਫੈਕਟਰੀ ਹੁੰਦੀ ਹੈ, ਆਪਣਾ ਕਾਰੋਬਾਰ ਹੁੰਦਾ, ਆਪਣਾ ਬਿਜ਼ਨਸ ਹੁੰਦਾ, ਫਿਰ ਵੀ ਫਾਹ ਲੈਣ ਨੂੰ ਤੁਰ ਪੈਂਦੇ ਨੇ। ਤੇ ਕਈਆਂ ਦੀ 100 ਕਿੱਲੇ ਜ਼ਮੀਨ ਹੁੰਦੀ ਹੈ ਤਾਂ ਵੀ ਫਾਹ ਲੈਣ ਤੁਰ ਪੈਂਦੇ ਨੇ। ਕਈ ਦੂਜਿਆਂ ਦੀਆਂ ਠੇਕਿਆਂ 'ਤੇ ਲੈ ਕੇ ਵੀ ਵਾਹੀ ਕਰਕੇ ਉਹ ਆਪਣੇ ਬੱਚੇ ਪੜ੍ਹਾ ਰਹੇ ਹੁੰਦੇ ਨੇ। ਆ ਪੰਜਾਬ ਵਿੱਚ ਮੈਂ ਵੇਖਿਆ ਕਈ ਮੁਸਲਮਾਨ ਭਰਾ ਬਾਹਰ ਦੂਜੀਆਂ ਸਟੇਟਾਂ 'ਚ ਆਣ ਕੇ ਇੱਥੇ 10-10, 20-20, 30-30 ਕਿੱਲੇ ਲੈ ਕੇ ਉਹ ਸਬਜ਼ੀਆਂ ਲਾ ਕੇ ਉਹ ਆਪਣੇ ਵਧੀਆ ਗੁਜ਼ਾਰਾ ਕਰ ਰਹੇ ਨੇ। ਇਹਦਾ ਮਤਲਬ ਉਹਨੂੰ 4 ਪੈਸੇ ਬਚਦੇ ਤੇ ਵਾਹੀ ਕਰਦੇ ਆ ਨਾ। ਤੇ ਕਈਆਂ ਨੇ ਇੱਕ ਗੱਲ, ਕਿਸਮਤ ਮਾੜੀ, ਸਾਡੇ ਭਾਗਾਂ 'ਚ ਇੰਝ ਲਿਖਿਆ। ਜਿਹੜੇ ਇੱਦਾਂ ਦੇ ਰੋਂਦੇ ਬੰਦੇ ਆ ਨਾ, ਉਹ ਕਿਸੇ ਦੇਸ਼ 'ਚ ਵੀ ਚੱਲ ਜਾਣ, ਰੋਣਾ ਧੋਣਾ ਮੁੱਕਣਾ ਹੀ ਨਹੀਂ ਉਹਨਾਂ ਦਾ। ਕਿਉਂਕਿ ਜਿਹੜੇ ਲਾਹੌਰ ਭੈੜੇ, ਉਹ ਪਿਸ਼ੌਰ ਵੀ ਭੈੜੇ। ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੇਂ ਚੜ੍ਹਿਆ ਸਵਾਇਆ। ਵਡਿਆਈ ਵੱਡਾ ਪਾਇਆ, ਉਹਨਾਂ ਵਡਿਆਈ ਦੁਆਰਾ। ਆਹ ਹੈ ਵਡਿਆਈ। ਹਰੇ ਰਾਮਾ ਹਰੇ ਕ੍ਰਿਸ਼ਨਾ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰਨਾ। ਜੇ ਵਡਿਆਈ ਹੁੰਦੀ ਇੱਦਾਂ ਤੇ ਬੜੀ ਹੋ ਰਹੀ ਦੁਨੀਆ 'ਤੇ, ਅੱਧੀ ਅੱਧੀ ਰਾਤ ਉੱਠ ਕੇ ਦੁਨੀਆ ਕਰਦੀ ਹੈ। ਆਹ ਵਡਿਆਈ ਹੈ, ਤੇਰੇ ਸੁਭਾਅ 'ਚੋਂ ਦੱਸਣੀ ਹੈ। ਨਾਨਕ ਹੁਕਮੀ ਲਿਖਿਆ ਲੇਖ, ਜਿਹਾ ਵੇਖੈ, ਜਿੱਦਾਂ ਦੀ ਤੇਰੀ ਨੀਅਤ ਹੈ ਤਿਹਾ ਵੇਖ। ਉੱਦਾਂ ਦੇ ਤੇਰੀ ਸ਼ਕਲ, ਤੇਰਾ ਅੰਦਰ ਦਾ ਸਰੂਪ ਬਣ ਜਾਣਾ ਹੈ, ਤੇਰੀ ਅੰਦਰ ਦੀ ਸ਼ਖਸੀਅਤ ਬਣ ਜਾਣੀ ਹੈ, ਜਿੱਦਾਂ ਦੀ ਤੇਰੀ ਨੀਅਤ ਹੋਈ। ਨਾਨਕ ਹੁਕਮੀ ਲਿਖੀਏ ਲੇਖ, ਉਹਦਾ ਹੁਕਮ ਸਾਰਿਆਂ 'ਤੇ ਬਰਾਬਰ ਇੱਕ ਰਸ ਲਾਗੂ ਹੈ। ਹੁਕਮ ਦੁਆਰਾ ਲੇਖ ਲਿਖਿਆ ਜਾਣਾ। ਤਾਂ ਪਾਤਸ਼ਾਹ ਇੱਥੇ ਬਖਸ਼ਿਸ਼ ਕਹਿੰਦੇ ਨੇ, ਹਉ ਵਿੱਚ ਦੇ ਚੱਚੇ ਨੂੰ ਸਿਹਾਰੀ ਹੈ। ਵਿੱਚ ਦਾ ਅਰਥ ਹੈ ਮਨ। ਹਉ ਵਿੱਚ, ਕਿੱਥੇ ਵਿੱਚ? ਮਨ ਵਿੱਚ। ਜਦੋਂ ਤੱਕ ਮਨ ਵਿੱਚ ਹਉ ਟਿਕੀ ਹੈ, ਹਉਮੈ ਟਿਕੀ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ। ਇਹ ਕਿੱਥੇ ਆਇਆ ਗਿਆ ਜੀ? ਇਹ ਨਹੀਂ ਵੀ ਹਉਮੈ ਵਿੱਚ ਪਿੱਛੋਂ ਆਇਆ ਹੈ, ਨਾ ਨਾ ਨਾ, ਪਿੱਛੋਂ ਕਿੱਥੋਂ ਆਉਣਾ? ਹੁਣ ਕਿਹੜੇ ਜੀਵ ਨੂੰ ਹਉਮੈ ਸੀ? ਜਦੋਂ ਪਿਛਲੇ ਜਨਮ 'ਚ ਕੋਈ ਹਉਮੈ, ਤਾਂ ਉਹਨੂੰ ਜਨਮ ਮਿਲਿਆ ਇੱਥੇ। ਜਦੋਂ ਇੱਥੇ ਮਨੁੱਖਾ ਦੇ ਤੇ ਤਾਂ ਮਿਲੀ, ਪਿਛਲੀਆਂ ਜੂਨਾਂ ਭੋਗ ਆਇਆ। ਤੇ ਫਿਰ ਜੇ ਆਪਾਂ ਕਹੀਏ ਹਉ ਵਿੱਚ ਆਇਆ, ਹਉਮੈ ਵਿੱਚ ਹੀ ਆਇਆ, ਹੁਣ ਪਿੱਛੇ ਕਿਹੜੀ ਹਉਮੈ ਕਰਕੇ ਪਿੱਛੋਂ ਆ ਗਿਆ? ਸੱਪ 'ਚ ਹਉਮੈ ਸੀ, ਕਾਂ ਕੁੱਤੇ ਬਿੱਲੀ 'ਚ ਹਉਮੈ ਸੀ, ਇੱਥੇ ਕਿੱਦਾਂ ਆ ਗਿਆ? ਫਿਰ ਆਪਾਂ ਕਹਿੰਦੇ ਪਿੱਛੋਂ ਉਹ ਸਾਰਾ ਕੁਝ ਨਿਬੇੜ ਕੇ ਤਾਂ ਹੀ ਤਾਂ ਇੱਥੇ ਮਨੁੱਖਾ ਸਰੀਰ ਲੈ ਕੇ ਆਇਆ ਹੈ, ਪਿਛਲੀਆਂ ਜੂਨਾਂ 'ਤੇ ਭੋਗ ਆਇਆ ਸਾਰੀਆਂ। ਤੇ ਜੇ ਪਿਛਲੇ ਸੰਸਕਾਰ ਫਿਰ ਨਾਲ ਹੀ ਆਉਣੇ ਨੇ
ਮਤਲਬ ਮੰਨ ਲਓ ਪਿਛੇ ਹੁਣ ਕਹਿਣਗੇ ਪਿਛਲੇ ਕਰਮਾਂ ਦੀ ਸਜ਼ਾ ਹੀ ਆ। ਹੁਣ ਤੁਸੀਂ ਵੇਖੋ ਜਿਹੜੇ ਆ ਸੰਪਰਦਾਇ ਡੇਰੇਦਾਰ ਤਾਂਤਰਿਕ ਬਾਬੇ ਜੋਤਸ਼ੀ ਪਾਂਦੇ ਸਿਆਣੇ ਬ੍ਰਹਮ ਗਿਆਨੀ ਜੋ ਵੀ ਲੋਕਾਂ ਨੂੰ ਇਦਾਂ ਡਰਾਉਂਦੇ ਆ, ਉਹ ਇਦਾਂ ਨਹੀਂ ਕਿਤੇ ਪਿਛਲੇ ਕਰਮਾਂ ਦੀ ਸਜ਼ਾ। ਹੁਣ ਮੰਨ ਲਓ ਜੇ ਇੱਥੇ ਵੀ ਬੰਦੇ ਦੀ ਕੋਈ ਲੱਤ ਬਾਂਹ 'ਚ ਪ੍ਰੋਬਲਮ ਆ ਤੇ ਕਿਹੜੇ ਕਰਮ ਦੀ ਸਜ਼ਾ ਜੀ? ਪਿੱਛੇ ਕਿਹੜੀ ਜੂਨ 'ਚ ਉਹਨੇ ਗੁਨਾਹ ਕੀਤਾ ਸੀ? ਬਿੱਲੀ ਬਣ ਕੇ ਚੋਰੀ ਕੀਤੀ ਸੀ, ਕੁੱਤਾ ਬਣ ਕੇ ਦੁੱਧ ਪੀ ਗਿਆ ਹੈ ਕਿਸੇ ਦਾ? ਕਿਹੜੀ ਜੂਨ 'ਚ ਉਹਨੇ ਕੋਈ ਗਲਤੀ ਕੀਤੀ ਜਿਹਦੀ ਸਜ਼ਾ ਉਹਨੂੰ ਮਨੁੱਖ ਬਣ ਕੇ ਮਿਲ ਰਹੀ ਫਿਰ ਦੁਬਾਰਾ? ਹੁਣ ਕਿਹਦੀ ਅਪੋਲੀਓ ਹੈ, ਜਿਹੜੇ ਅਪੰਗ ਬੱਚੇ ਪੈਦਾ ਹੁੰਦੇ ਸੀ ਪਹਿਲਾਂ, ਤੁਸੀਂ ਵੇਖੋ ਇੱਥੇ ਆਮ ਹੀ ਕਿਹਾ ਜਾਂਦਾ ਸੀ ਪਿਛਲੇ ਕਰਮਾਂ ਦੀ ਸਜ਼ਾ ਭਾਈ, ਪਿਛਲੇ ਕਰਮਾਂ ਦੀ ਸਜ਼ਾ। ਤੁਸੀਂ ਵੇਖੋ ਜੇ ਪਿਛਲੇ ਕਰਮਾਂ ਦੀ ਸਜ਼ਾ ਸੀ, ਇੱਥੇ ਤੁਸੀਂ ਵੇਖੋ ਡਾਕਟਰਾਂ ਦੀਆਂ ਟੀਮਾਂ ਨੇ, ਸਰਕਾਰਾਂ ਨੇ ਸਟੱਡੀ ਕਰਕੇ ਉਹ ਬਿਮਾਰੀ ਲੱਭ ਲਈ ਨਾ। ਜਦੋਂ ਬੱਚਿਆਂ ਦੀ ਉਮਰ ਹੁੰਦੀ ਹੈ ਵੀ ਇੰਨੀ ਉਮਰ ਤੱਕ ਇਹਨਾਂ ਪੋਲੀਓ ਬੂੰਦਾਂ ਪਿਉਣੀਆਂ ਨੇ, ਏਅਰਪੋਰਟ 'ਤੇ, ਰੇਲਵੇ ਸਟੇਸ਼ਨ 'ਤੇ, ਬੱਸ ਸਟੈਂਡ 'ਤੇ, ਘਰਾਂ 'ਚ, ਸਕੂਲਾਂ 'ਚ, ਤਾਂ ਕਿ ਜੇ ਕੋਈ ਬੰਦਾ ਸਫ਼ਰ ਵੀ ਕਰ ਰਿਹਾ ਆਪਣੇ ਪਰਿਵਾਰ ਨੂੰ ਲੈ ਕੇ, ਉਹ ਬੱਚਾ ਉਸ ਟਾਈਮ ਤੋਂ ਨਿਕਲ ਨਾ ਜਾਏ ਕਿਤੇ। ਅੱਜ ਕਿਉਂ ਨਹੀਂ? ਅੱਜ ਐਵਰੇਜ ਕੱਢੋ, ਅੱਜ ਇੰਨੇ ਬੱਚੇ ਅਪੰਗ ਕਿਉਂ ਨਹੀਂ ਪੈਦਾ ਹੁੰਦੇ? ਜੇ ਤਾਂ ਰੱਬ ਦੇ ਹੱਥ ਹੁੰਦਾ ਤੇ ਅੱਜ ਵੀ ਹੁੰਦੇ, ਪਹਿਲਾਂ ਹੁੰਦੇ ਸੀ। ਕਿਤੇ ਨਾ ਕਿਤੇ ਕੋਈ ਗਲਤੀ ਇਨਸਾਨ ਦੇ ਕੋਲੋਂ ਆਪਣੇ ਕੋਲੋਂ ਵਾਪਰਦੀ ਹੈ। ਕਈ ਬੱਚੇ ਜੰਮਦੇ ਸਹੀ ਹੈ, ਬਾਅਦ ਵਿੱਚ ਪ੍ਰੋਬਲਮ ਆਉਂਦੀਆਂ ਨੇ। ਕੋਈ ਕਿਤੇ ਨਾ ਕਿਤੇ ਮਾਂ ਬਾਪ ਕੋਲੋਂ ਕੋਈ ਗੁਨਾਹ ਹੋ ਜਾਂਦਾ, ਗਲਤੀ ਹੋ ਜਾਂਦੀ, ਕਿਤੇ ਖੁਰਾਕ ਵਿੱਚ ਕਿਤੇ ਨਾ ਕਿਤੇ ਕਮੀ ਹੋ ਜਾਂਦੀ ਹੈ, ਕਿਤੇ ਦੇਖ ਰੇਖ ਵਿੱਚ ਪ੍ਰੋਬਲਮ ਆ ਜਾਂਦੀ ਹੈ। ਕਈ ਬੱਚੇ ਜੰਮਦੇ ਅਪੰਗ ਨਹੀਂ ਹੁੰਦੇ, ਥੋੜ੍ਹਾ ਸਮਾਂ ਬੀਤਣ ਤੋਂ ਬਾਅਦ ਪ੍ਰੋਬਲਮ ਆ ਜਾਂਦੀ ਉਹਨਾਂ ਦੀ। 2 ਮਹੀਨੇ ਬਾਅਦ, 4 ਮਹੀਨੇ ਬਾਅਦ, ਹਫ਼ਤੇ, 6 ਮਹੀਨਿਆਂ ਬਾਅਦ, ਸਾਲ ਬਾਅਦ ਕੋਈ ਲੱਤ ਖਲੋ ਜਾਂਦੀ ਹੈ, ਬਾਂਹ ਖਲੋ ਜਾਂਦੀ ਹੈ, ਕਿਤੇ ਕੋਈ ਧੜ ਖਲੋ ਜਾਂਦਾ ਹੈ। ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈ। ਇਹਦਾ ਦੋਸ਼ ਤੁਸੀਂ ਰੱਬ ਦੇ ਮੱਥੇ ਨਹੀਂ ਮੜ ਸਕਦੇ। ਕਿਤੇ ਨਾ ਕਿਤੇ ਗੁਨਾਹ, ਬਾਪ ਨਸ਼ਾ ਕਰਦਾ ਹੋਵੇ, ਜੀਨਸ ਰਾਹੀਂ ਕਿਤੇ ਨਾ ਕਿਤੇ ਤੀਜੀ ਪੀੜ੍ਹੀ ਤੱਕ ਅਸਰ ਜਾਂਦਾ ਹੈ, ਤੀਜੀ ਪੀੜ੍ਹੀ ਤੱਕ ਅਸਰ ਜਾਂਦਾ ਹੈ। ਤੋ ਇੱਥੇ ਹੌਂ ਵਿੱਚ ਆਇਆ ਦਾ ਅਰਥ ਕੀ ਹੈ? ਹੌਂ ਵਿੱਚ ਹੌਂ, ਜਦੋਂ ਤੱਕ ਹੌਂ ਵਿੱਚ ਹੈ, ਆਇਆ ਦਾ ਅਰਥ ਕੀ ਹੈ? ਜੰਮਦਾ ਮਰਦਾ, ਗਿਆ। ਜੰਮਣਾ ਮਰਨਾ ਮਨ ਦਾ ਹੋ ਰਿਹਾ ਇੱਥੇ, ਹਉਮੈ ਵਿੱਚ ਜੰਮਦਾ ਮਰਦਾ। ਕਦੀ ਜੰਮ ਪਿਆ, ਕਦੀ ਮਰ ਗਿਆ। ਤਨ ਦੀ ਗੱਲ ਨਹੀਂ ਹੋ ਰਹੀ ਇੱਥੇ, ਮਨ ਦੀ ਗੱਲ ਹੋ ਰਹੀ ਹੈ। ਮਨ ਜੰਮਦਾ ਮਰਦਾ। ਹੌਂ ਵਿੱਚ ਆਇਆ, ਹੌਂ ਵਿੱਚ ਗਿਆ। ਅਗਲੀ ਗੱਲ ਕਲੀਅਰ ਹੋ ਗਈ ਨਾ? ਹੌਂ ਵਿੱਚ ਜੰਮਿਆ, ਹੌਂ ਵਿੱਚ ਮੂਆ। ਇਹ ਦੂਜੀ ਤੁਕ ਵਿੱਚ ਜੰਮਿਆ ਤੇ ਮੂਆ ਸ਼ਬਦ ਵਰਤਾ। ਪਹਿਲਾਂ ਵਿੱਚ ਕਹਿਤਾ ਹੌਂ ਵਿੱਚ ਆਇਆ, ਹੌਂ ਵਿੱਚ ਗਿਆ। ਇਹ ਆਇਆ ਗਿਆ, ਜੰਮਿਆ ਮੂਆ ਗੱਲ ਸੇਮ ਹੀ ਹੈ, ਕਿਉਂਕਿ ਆਪਾਂ ਪਹਿਲੀਆਂ ਪੌੜੀਆਂ 'ਚ ਵਿਚਾਰ ਸਾਂਝੇ ਕਰ ਚੁੱਕੇ ਹਾਂ। ਜਿਸ ਗੱਲ ਦਾ ਗੁਰਦੇਵ ਨੇ ਵਜਨ ਵਧਾਉਣਾ ਹੋਵੇ ਨਾ, ਉਸ ਗੱਲ ਨੂੰ ਰਿਪੀਟ ਕਰਦੇ ਆ ਦੁਬਾਰਾ, ਤਾਂ ਕਿ ਗੱਲ ਸਮਝ ਆ ਜਾਏ। ਇਹ ਹੌਂ ਵਿੱਚ ਆਇਆ ਗਿਆ ਗੱਲ ਮੇਨ ਇਹੋ ਹੀ ਹੈ, ਹੀ ਇਹੋ ਸੀ। ਸਭ ਤੋਂ ਵੱਧ ਜ਼ੋਰ ਹੀ ਇੱਥੇ ਜੰਮਣ ਮਰਨ 'ਤੇ ਦਿੱਤਾ ਗਿਆ। ਬੰਦੇ ਨੂੰ ਇਹੋ ਡਰਾਇਆ ਗਿਆ, ਪਿਛਲੇ ਕਰਮ ਮਾੜੇ, ਤੇਰੇ ਗ੍ਰਹਿਆਂ ਦੀ ਚਾਲ ਸਹੀ ਨਹੀਂ, ਇਸ ਕਰਕੇ ਤੇਰੇ ਸਿਰ ਆ ਘਟਨਾ ਵਾਪਰੀ ਹੈ। ਆੜੇ ਮੰਗਲੀਕ ਹੈ, ਬੱਚੇ ਬੱਚੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ, ਇਹੋ ਡਰਾਇਆ ਜਾਂਦਾ ਨਾ। ਉਹਨੂੰ ਵਿਚਾਰੇ ਨੂੰ, ਬੱਚੇ ਨੂੰ ਗ੍ਰਹਿਆਂ ਦਾ ਕੀ ਪਤਾ? ਜਦੋਂ ਮੈਂ ਜੰਮਿਆ ਸੀ ਕਿਹੜਾ ਗ੍ਰਹਿ ਕਿਹ 'ਚ ਤੁਰਿਆ ਫਿਰਦਾ? ਪਲੇਨ ਆ ਵੀ ਇੱਕ ਦੂਜੇ ਤੋਂ ਦੂਜੇ ਦੇਸ਼ ਜਾ ਵੜਿਆ। ਇੱਦਾਂ ਡਰਾਇਆ ਅਗਲਿਆਂ ਨੇ। ਸਭ ਤੋਂ ਵੱਡੇ ਡਾਕੂ ਇਹ ਲੋਕ ਨੇ। ਦੂਜੇ ਡਾਕੂ ਤੇ ਦਿਸਦੇ ਵੀ ਡਾਕੂ ਹੈਗੇ, ਵੀ ਡਾਕੂ ਇਹ ਦਿਸਦੇ। ਇਸੇ ਕਰਕੇ ਠੱਗ ਸ਼ਬਦ ਵਰਤਿਆ ਸੀ। ਅਖੌਤੀ ਧਾਰਮਿਕ ਲੋਕਾਂ ਵਾਸਤੇ ਗੁਰਦੇਵ ਨੇ ਠੱਗ ਸ਼ਬਦ ਵਰਤਿਆ, ਤਾਂ ਹੀ ਵੀ ਦਿਸਦੇ ਹੋਰ ਵਾ, ਹੈਗੇ ਕੁਝ ਹੋਰ ਵਾ। ਡਾਕੂ ਦਿਸਦਾ ਵੀ ਡਾਕੂ ਹੀ ਆ ਨਾ। ਉਹ ਸਿੱਧਾ ਕਹਿੰਦਾ ਇੱਕ ਬੱਚਾ ਚੱਕਿਆ ਤੁਹਾਡਾ, 5 ਲੱਖ ਦੇ ਕੇ ਬੱਚਾ ਛਡਾ ਕੇ ਲੈ ਜਾਓ। ਉਹ ਦਿਸਦਾ ਵੀ ਡਾਕੂ, ਆਂਦੇ ਵੀ ਲੋਕ ਵੀ ਡਾਕੂ ਨੇ ਚੱਕਿਆ ਜੀ, ਗੈਂਗਸਟਰਾਂ ਨੇ ਸਾਡਾ ਬੱਚਾ ਚੱਕ ਲਿਆ ਜੀ। ਇਹ ਦਿਸਦੇ ਨਹੀਂ, ਇਹ ਵੱਡੇ ਗੈਂਗਸਟਰ ਆ। ਆੜੇ ਤਾਂਤਰਿਕ ਜੋਤਸ਼ੀ ਪਾਂਦੇ ਸਿਆਣੇ ਬਾਬੇ, ਆੜੇ ਕੁੰਡਲੀਆਂ ਮਿਲਾਉਂਦੇ ਆ, ਆੜੇ ਸ਼ਸਤਰ ਵੇਦ ਖੋਲ ਕੇ ਬੈਠੇ ਆ। ਇਹ ਗੈਂਗਸਟਰਾਂ ਨੂੰ ਘੱਟ। ਅੱਛਾ ਕਮਾਲ, ਕੋਈ ਗੈਂਗਸਟਰ ਕਿਸੇ ਟੀਵੀ 'ਤੇ ਆਉਂਦਾ ਹੋਵੇ ਨਾ, ਤਾਂ ਮਿੰਟ 'ਚ ਪਛਾਣਨਾ ਇਹ ਗੈਂਗ ਬੰਦਾ ਕੀ ਕਰ ਰਿਹਾ ਜੀ, ਇਹ ਗੈਂਗਸਟਰ ਕੀ ਕਰ ਰਿਹਾ। ਤਾਂ ਕਥਾ ਸਮਾਪਤ ਹੁੰਦੀ ਆ, ਮਗਰੋਂ ਗੈਂਗਸਟਰ ਆ ਜਾਂਦੇ ਆ, ਇੱਦਾਂ ਦੱਸਦੇ ਆ ਕੁੰਡਲੀ ਇੱਦਾਂ। ਮੈਂ ਕਰੋਨਾ 'ਚ ਕਰੋਨਾ ਵਾਇਰਸ ਦੇ ਇਸ ਪੀਰੀਅਡ ਵਿੱਚ ਵੇਖਿਆ, ਇੱਦਾਂ ਬਣੋਗੇ ਤੁਸੀਂ ਫਲਾਣੇ ਥਾਂ 'ਤੇ ਦੁੱਧ ਪਿਆਓ, ਮਾਂ ਨੂੰ ਦੁੱਧ ਪੀਣ ਲਈ ਨਹੀਂ ਮਿਲ ਰਿਹਾ, ਗਊ ਮਗਰ ਦੁੱਧ ਚੱਕੂ। ਹਵਾ ਜਿਹੜੀ ਮਾਂ ਨੇ ਜਨਮ ਦਿੱਤਾ ਉਹਨੂੰ ਨਹੀਂ ਰੋਟੀ ਪਕਾ ਕੇ ਖਵਾਉਣੀ। ਜਿਹੜੇ ਪਿਓ ਨੇ ਪੈਰੀ ਜੁੱਤੀ ਨਹੀਂ ਪਾਈ ਬੱਚਿਆਂ ਨੂੰ ਪਾਲਣ ਲਈ, ਉਹਨੂੰ ਨਾ ਪੁੱਛਿਓ ਰੋਟੀ। ਗਊਆਂ ਮਗਰ ਪੇੜਾ ਚੱਕੀ ਫਿਰੋ, ਗਊਆਂ ਮਗਰ। ਅਤੇ ਕਈਆਂ ਦੇ ਹੋਏ ਇੱਦਾਂ, ਕਈਆਂ ਨੇ ਕਈਆਂ ਮੰਦਰਾਂ ਦੀਆਂ ਬਾਹਰ ਫਿਲਮਾਂ ਬਣੀਆਂ ਵੀ ਉਹ 10 ਗਾਵਾਂ ਲਿਆ ਕੇ ਮੰਦਰ ਦੇ ਬਾਹਰ ਰੱਖ ਲੈਂਦਾ ਸੀ, ਇੱਕ ਬੰਨੇ ਪੱਠਿਆਂ ਦਾ ਢੇਰ ਲਾ ਲੈਣਾ। ਆਪਣੇ ਪੱਠੇ ਹੀ ਆਏ ਹੋਏ ਸ਼ਰਧਾਲੂਆਂ ਨੂੰ ਵੇਚਣੇ ਉਹਨੇ। ਪੱਠਿਆਂ ਦੀ ਤਾਂ ਲਿਆ ਕੇ ਰੇਹੜੀ ਡੱਕ ਲੈਣੀ ਆ, ਗਾਵਾਂ ਵੀ ਉਹਦੀਆਂ ਆਪਣੀਆਂ ਹੀ ਆ। ਅਤੇ ਇੱਦਾਂ ਕਹਿਣਾ ਹਾਂਜੀ ਆਹ ਪੱਠੇ ਖਰੀਦੋ, 10 ਰੁਪਏ ਦੇ ਪੱਠੇ ਇੱਦਾਂ ਦੇ ਕੇ ਚਾਰਾ, ਅਤੇ
ਉਹ ਇਹਦਾ ਗਾਂ ਨੂੰ ਪਾ ਰਿਹਾ। ਕਿੱਡਾ ਤਗੜਾ ਬਿਜ਼ਨਸ ਹੈ। ਕਹਿੰਦਾ ਵੇਖੋ ਇਹਨਾਂ ਸਿਰ ਤੇ ਗਾਵਾਂ ਪਲਦੀਆਂ ਮੇਰੀਆਂ, ਆਪਣੀਆਂ ਆਪਣੇ ਪੱਠੇ ਆਪਣੀਆਂ ਗਾਵਾਂ ਨੂੰ ਪਾ ਕੇ ਉਹਨਾਂ ਕੋਲੋਂ ਪੈਸੇ ਲੈ ਕੇ ਜਾ ਰਿਹਾ। ਵਧੀਆ ਕੰਮ ਅਗਲੇ ਦਾ। ਉਹਨੂੰ ਪਤਾ ਵੀ ਇਹ ਗਾਂ ਨੂੰ ਪੱਠੇ ਪਾਉਣਾ ਮੈਨੂੰ ਨੌਕਰੀ ਮਿਲ ਜਾਣੀ ਹੈ। ਜੇ ਇੱਦਾਂ ਹੁੰਦਾ ਹੋਵੇ ਨਾ, ਸੱਚ ਦੱਸਣਾ ਤੁਹਾਨੂੰ, ਸੱਚੀ ਗੱਲ ਹੈ, ਜੇ ਇੱਦਾਂ ਗਊ ਨਾਲ ਤੇ ਜਿਹੜੀਆਂ ਕੰਟਰੀਆਂ ਸਭ ਤੋਂ ਵੱਧ ਇਹ ਗਊ ਦਾ ਮਾਸ ਵੇਚਦੀਆਂ ਉਹ ਤਾਂ ਹੁਣ ਨੂੰ ਫਨਾਹ ਹੋ ਜਾਂਦੀਆਂ। ਵੈਸੇ ਭਾਵੇਂ ਇਹ ਜਿਹੜਾ ਭਾਰਤ ਦੇਸ਼ ਹੈ ਸਭ ਤੋਂ ਪਹਿਲੇ ਨੰਬਰ 'ਤੇ ਹੈ ਬੀਫ ਦੇ ਮਾਮਲੇ 'ਚ। ਖੈਰ ਇਹ ਵਿਸ਼ਾ ਨਹੀਂ ਕੇਸ ਬਣੇ ਮੈਂ ਤੁਰਾਂ, ਸਿਰ ਮੈਂ ਇੰਨੀ ਗੱਲ ਕਰ ਰਿਹਾ, ਹੌਂ ਵਿੱਚ ਆਇਆ ਹੌਂ ਵਿੱਚ ਗਿਆ। ਵਿੱਚ ਹੌਂ ਜਦੋਂ ਤੱਕ ਵਿੱਚ ਹੌਂ ਆ, ਜਦੋਂ ਤੱਕ ਹਿਰਦੇ ਵਿੱਚ ਹੌਂ ਟਿਕੀ ਆ, ਹਉਮੈ ਟਿਕੀ ਆ, ਇਹ ਆਇਆ ਗਿਆ ਜੰਮਿਆ ਮੂਆ ਇਹ ਸ਼ਬਦ ਬਾਰ-ਬਾਰ ਤੁਰੇ ਆਉਣੇ ਆ। ਜੰਮਣ ਮਰਨ ਦੀ ਕਿਰਿਆ ਚੱਲਦੀ ਆਉਣੀ ਆ। ਹੌਂ ਵਿੱਚ ਆਇਆ ਹੌਂ ਵਿੱਚ ਗਿਆ, ਹੌਂ ਵਿੱਚ ਜੰਮਿਆ ਹੌਂ ਵਿੱਚ ਮੂਆ। ਹੌਂ ਵਿੱਚ ਹੀ ਮਰਦਾ ਹੈ, ਹੌਂ ਵਿੱਚ ਹੀ ਜੰਮ ਪੈਂਦਾ ਹੈ। ਇਹ ਜੰਮਣ ਮਰਨ ਦੀ ਕਿਰਿਆ ਦੀ ਮੁੱਕਦੀ ਨਹੀਂ। ਇਹ ਮਨ ਦੀ ਹੈ। ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨ ਛੂਟੇ ਆਵਾਗਮਨ ਹੋਤੇ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ। ਇਹ ਪ੍ਰਸੰਗ ਟੁੱਟਦਾ ਹੀ ਨਹੀਂ, ਇਹ ਲੜੀ ਟੁੱਟਦੀ ਨਹੀਂ, ਮਹਾਰਾਜ ਕਹਿੰਦੇ ਨੇ। ਤੋ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਹੌਂ ਵਿੱਚ ਦਿੱਤਾ, ਵਿੱਚ ਹੌਂ ਹੀ ਦਿੰਦਾ ਵਾ। ਕਈ ਵਾਰੀ ਆਪਣੀ ਹਉਮੈ ਨੂੰ ਬਰਕਰਾਰ ਰੱਖਣ ਲਈ ਦੇਣਾ ਪੈਂਦਾ। ਉੱਦਾਂ ਜੇ ਦਿਲ ਨਹੀਂ ਕਰਦਾ ਦੇਣ ਨੂੰ, ਜੀ ਥੋੜ੍ਹਾ ਕਰਦਾ ਕਿਸੇ ਨੂੰ ਕੋਈ ਦੇਣ ਲਈ, ਮਤਲਬ ਕਿਸੇ ਦੀ ਹੈਲਪ ਕਰਨ ਨੂੰ ਦਿਲ ਥੋੜ੍ਹਾ ਕਰਦਾ। ਇੱਕ ਬੰਦੇ ਉਹ ਹੁੰਦੇ ਜਿਹੜੇ ਸੱਚੀ ਕਿਸੇ ਦੀ ਹੈਲਪ ਕਰਦੇ, ਉਹ ਕੰਨੋਂ ਕੰਨ ਖਬਰ ਨਹੀਂ ਹੋਣ ਦਿੰਦੇ ਕਿਸੇ ਨੂੰ। ਉਹ ਜਿਹਦੀ ਹੈਲਪ ਕਰਦੇ ਉਹਨੂੰ ਵੀ ਨਹੀਂ ਪਤਾ ਹੁੰਦਾ ਹੈਲਪ ਆਈ ਕਿੱਥੋਂ ਹੈ। ਅਤੇ ਕਈ ਵਾਰੀ ਹੌਂ ਵਿੱਚ ਦਿੱਤਾ, ਦਿੰਦਾ ਵੀ ਆ ਪਰ ਵਿੱਚ ਹੌਂ ਦਿੰਦਾ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਦੇਣ ਵਾਲਾ ਇਹ ਹੈ। ਐਂ ਪੱਥਰ ਲਵਾਉਂਦਾ ਉੱਥੇ ਗੁਰਦੁਆਰੇ, ਵੱਡਾ ਸੇਲ ਲਵਾਉਂਦਾ ਆਪਣੀ, ਇੱਦਾਂ ਪਤਾ ਲੱਗੇ ਵੀ ਆਹ ਕਮਰਾ ਇੰਨੇ ਪਵਾਇਆ, 5 ਥਾਲੀਆਂ ਦੇ ਕੇ ਉੱਤੇ ਨਾਲ ਖਾਉਂਦਾ। ਸਾਡਾ ਤਾਂ ਵਸ ਨਹੀਂ ਚੱਲਦਾ, ਅਸੀਂ ਤਾਂ ਦਾਲ ਚੜ੍ਹਾ ਕੇ ਤਾਂ 10 ਕਿਲੋ ਇਕੱਲੇ ਦਾਣੇ 'ਤੇ ਆਪਣਾ ਨਾਂ ਲਿਖਾ ਦਈਏ, ਭਾਵੇਂ ਇੱਕ ਅੱਖਰ ਹੀ ਇੱਕ ਦਾਲ ਦੇ ਦਾਣੇ 'ਤੇ ਆਵੇ। ਹੌਂ ਵਿੱਚ ਦਿੱਤਾ, ਦਿੰਦਾ ਵਾ ਹੌਂ ਵਿੱਚ ਹੌਂ, ਹਉਮੈ ਨੂੰ ਬਰਕਰਾਰ ਰੱਖਣ ਲਈ ਦਿੰਦਾ ਵਾ। ਉੱਦਾਂ ਨਹੀਂ ਦਿਲ ਕਰਦਾ, ਉੱਦਾਂ ਤਾਂ ਠੱਗੀਆਂ ਬੇਈਮਾਨੀਆਂ ਮਾਰ ਕਰਦਾ। ਪਰ ਵਿੱਚ ਹੌਂ ਤੁਸੀਂ ਵੇਖਿਆ ਨਾ ਕਈ ਬੰਦੇ ਕਿੱਦਾਂ ਬਾਹਰ ਇੱਦਾਂ ਕੰਬਲ ਵੰਡਣਗੇ, ਲੰਗਰ ਵੰਡਣਗੇ, ਇੱਦਾਂ ਬੰਦੇ ਵਿੱਚ ਹੌਂ। ਅਤੇ ਕਈ ਬੰਦੇ ਇੱਦਾਂ ਦੇ ਜਿਹੜੇ ਸੱਚੀ ਸੇਵਾ ਕਰਦੇ, ਕੰਨੋਂ ਕੰਨ ਨਹੀਂ ਖਬਰ ਹੋਣ ਦਿੰਦੇ ਕਿਸੇ ਨੂੰ। ਨਾ ਉਹਨਾਂ ਨੇ ਉਹ ਬੱਚਾ ਵੇਖਿਆ ਹੁੰਦਾ, ਨਾ ਉਹਨਾਂ ਨੇ ਉਹ ਪਰਿਵਾਰ ਵੇਖਿਆ ਹੁੰਦਾ। ਕਰਦੇ ਹੈਲਪ ਬੜੇ ਨੇ ਬੰਦੇ ਦੁਨੀਆ 'ਤੇ, ਬਹੁਤ ਨੇ। ਖੈਰ ਇਹ ਵੱਖਰਾ ਕਿਸੇ ਦਿਨ ਟੌਪਿਕ ਲੈ ਕੇ ਇਸ ਵਿਸ਼ੇ 'ਤੇ ਆਪਾਂ ਗੱਲ ਕਰਾਂਗੇ। ਮੈਂ ਇੱਕ ਦਿਨ ਮਾੜੀ ਜਿਹੀ ਟੂਕ ਮਾਤਰ ਪਿੱਛੇ ਗੱਲ ਵੀ ਕੀਤੀ ਸੀ। ਜਿਹੜੀਆਂ ਵੀਡੀਓ 'ਤੇ ਫੋਟੋਆਂ ਲੱਗਦੀਆਂ ਵਾ, ਇਹਨਾਂ ਦੇ ਪਿੱਛੇ ਵੀ 2 ਵੱਖ-ਵੱਖ ਕੈਟਾਗਰੀਆਂ ਨੇ। ਇੱਕ ਸੱਚੀ ਆ, ਜਿਹੜੇ ਜਿਹਨਾਂ ਨੂੰ ਪਤਾ ਵੀ ਕਿਤੇ ਅਸੀਂ ਹੈਲਪ ਲੈ ਰਹੇ ਹਾਂ, ਉਹਨਾਂ ਨੂੰ ਦੱਸਣਾ ਜਾ ਕੇ ਭਾਈ ਵੀ ਆ ਵੇਖੋ ਤੁਹਾਡੀ ਸੇਵਾ ਲਾਤੀ। ਇੱਕ ਸਿਰਫ ਵਿਖਾਵੇ ਵਾਸਤੇ ਵੀ ਕਰਦੇ ਨੇ। ਇਹ ਹੁਣ ਆਪਾਂ ਵੇਖਣਾ ਕਿੱਥੇ ਖਲੋਤੇ ਹਾਂ ਅਸੀਂ। ਹੁਣ ਇੱਥੇ ਗੱਲ ਆ ਹੌਂ ਵਿੱਚ ਦਿੱਤਾ, ਵਿੱਚ ਹੌਂ ਦਿੱਤਾ, ਹਉਮੈ ਨੂੰ ਖੜਾ ਰੱਖਣ ਵਾਸਤੇ, ਹਉਮੈ ਦੀ ਖੁਰਾਕ ਪੂਰੀ ਕਰਨ ਵਾਸਤੇ ਦਿੰਦਾ ਵਾ। ਉੱਦਾਂ ਦਿਲ ਨਹੀਂ ਕਰਦਾ ਦੇਣ ਨੂੰ, ਕਿਸੇ ਦੀ ਹੈਲਪ ਕਰਨ ਨੂੰ, ਪਰ ਹਉਮੈ ਕਰਕੇ ਦਿੰਦਾ। ਹੌਂ ਵਿੱਚ ਕਹਿਣ ਲੱਗੇ ਲੈ ਹੌਂ ਵਿੱਚ ਹੀ ਲੈ, ਉੱਦਾਂ ਨਹੀਂ ਲੈਂਦਾ। ਹੌਂ ਵਿੱਚ ਆਪਣੀ ਹਉਮੈ ਨੂੰ ਪੂਰਾ ਰੱਖਣ ਲਈ ਲੈਂਦਾ। ਕਿੱਦਾਂ ਭਲਾ ਤੁਸੀਂ ਕਹਿੰਦੇ ਲੀਡਰ, ਉੱਦਾਂ ਕਿਸਾਨ ਟਿਊਬਲ 'ਤੇ ਖੇਤਾਂ 'ਚ ਰੋਜ਼ਾਨਾ ਹੀ ਰੋਟੀ ਖਾਂਦੇ ਆ। ਮਜ਼ਦੂਰ ਬੰਦਾ ਆਪਣੇ ਘਰ 'ਤੇ ਸ਼ਾਮਾਂ ਨੂੰ ਆਣ ਕੇ ਰੋਟੀ ਖਾਂਦਾ, ਉਹਦਾ ਸਵੇਰ ਦਾ ਦੁਪਹਿਰ ਦਾ ਖਾਣਾ ਖੇਤਾਂ 'ਚ ਹੀ ਹੁੰਦਾ ਵਾ। ਕੋਈ ਵਡਿਆਈ ਕਰਦਾ, ਪਰ ਲੀਡਰ ਜਾ ਕੇ ਉਹਦੇ ਖੇਤਾਂ 'ਚ ਰੋਟੀ ਖਾਂਦਾ। ਲਿਆ ਜੇ ਉਹ ਖੇਤ ਵਿੱਚ ਜਾ ਕੇ ਕਿਸੇ ਕੋਲ ਰੋਟੀ ਖਾਂਦਾ ਨਾ, ਉਹ ਵੀ ਭੁੱਖ, ਉਹਦਾ ਸੰਬੰਧ ਭੁੱਖ ਨਾਲ ਨਹੀਂ, ਉਹਦਾ ਸੰਬੰਧ ਆਪਣੀ ਹਉਮੈ ਨਾਲ। ਪਤਾ ਲੱਗੇ ਲੀਡਰ ਸਾਹਿਬ ਸਾਡੇ ਖੇਤਾਂ 'ਚ ਆਇਆ, ਲੀਡਰ ਸਾਹਿਬ ਸਾਡੇ ਖੇਤਾਂ 'ਚ ਆਏ ਆ। ਵੇਖਿਆ ਕਈ ਵੋਟਾਂ ਵਾਲੇ ਦਿਨ ਕਈ ਬੜੇ ਲੀਡਰ ਗਰੀਬਾਂ ਘਰ ਜਾ ਕੇ ਸੌਣ ਦਾ ਨਾਟਕ ਵੀ ਕਰਦੇ। ਉੱਥੇ ਸੌਣਗੇ ਜੀ, ਹੁਣ ਕਿਉਂ ਨਹੀਂ ਸੁਣਦੇ? ਹੁਣ ਉਹਨਾਂ ਦੇ ਸੌਣ ਦਾ ਅਰਥ ਕੀ ਸੀ? ਅੱਛਾ ਜੇ ਇਹਦਾ ਮਤਲਬ ਤੁਸੀਂ ਮੰਨਦੇ ਹੋ ਗਰੀਬ ਨੇ, ਉਹ ਤਾਂ ਰੋਜ਼ ਸੌਂਦੇ ਆਪਣੇ ਘਰ ਵਿਚਾਰੇ, ਤੁਹਾਡੇ ਸੌਣਾ ਕਿਉਂ ਨਾ? ਪਰ ਉਹਦੇ ਵੱਡੇ ਦਾ ਗਰੀਬ ਘਰ ਸੌਣ ਦਾ ਅਰਥ ਆ ਆਪਣੀ ਹਉਮੈ ਨੂੰ ਜਿਉਂਦਾ ਰੱਖਣਾ। ਵਿੱਚ ਹੌਂ, ਪਾਤਸ਼ਾਹ ਕਹਿੰਦੇ ਨੇ ਹੌਂ ਵਿੱਚ ਦਿੱਤਾ, ਦਿੰਦਾ ਵੀ ਆ, ਹਉਮੈ ਨੂੰ ਬਰਕਰਾਰ ਰੱਖਣ ਲਈ। ਹੌਂ ਵਿੱਚ ਦਿੱਤਾ, ਹੌਂ ਵਿੱਚ ਲਿਆ, ਲੈਂਦਾ ਵੀ ਆ, ਮਾਣ ਸਨਮਾਨ ਵੀ ਆ। ਸਰੋਪਾ ਕਿਰਪਾਨ, ਉਹਨੂੰ ਪਤਾ ਹੁੰਦਾ ਵੀ ਸਰੋਪੇ ਨੂੰ ਮੈਂ ਘਰ ਜਾ ਕੀ ਕਰਨਾ, ਕਿਰਪਾਨ ਮੈਂ ਘਰ ਜਾ ਕੀ ਕਰਨੀ। ਪਰ ਸਰੋਪਾ, ਸਿਰੋਪਾਓ, ਕਿਰਪਾਨ, ਇਹ ਜਦੋਂ ਸਨਮਾਨ ਕਰਦੇ ਆ, ਇਹ ਵੀ ਹਉਮੈ ਨੂੰ ਵੀ ਇਸ ਪਰਿਵਾਰ ਨੇ ਬੜੀ ਸੇਵਾ ਕੀਤੀ। ਆਓ ਜਹੇਦਾਰ ਸਾਹਿਬ ਇਹਨਾਂ ਨੂੰ ਸਨਮਾਨਿਤ ਕਰੀਏ ਜੀ। ਲੈਂਦਾ ਵਾ, ਵਿੱਚ ਹੌਂ ਲਿਆ। ਹੌਂ ਵਿੱਚ ਖੱਟਦਾ ਵਾ। ਕਈ ਵਾਰੀ ਕਮਾਈ ਵੀ ਵਿੱਚ ਹੌਂ ਕਰਕੇ ਕਰਦਾ। ਹਉਮੈ ਨੂੰ ਬਰਕਰਾਰ ਰੱਖਣ ਵਾਸਤੇ ਖੱਟਦਾ ਵਾ,
ਕਮਾਈ ਕਰਦਾ ਤੇ ਹਉਂ ਵਿੱਚ ਗਿਆ, ਇਸੇ ਹਉਂ ਵਿੱਚ ਹੀ ਜਾਂਦਾ ਵਾ। ਜੰਮਣ ਮਰਨ ਦੀ ਕਿਰਿਆ 'ਚ ਗੁਰਦੇਵ ਪਿਤਾ ਮਹਾਰਾਜ ਕਹਿੰਦੇ ਨੇ ਪਿਆਰ ਰਹਿੰਦਾ। ਹਉਂ ਵਿੱਚ ਸਚਿਆਰ ਕੂੜਿਆਰ, ਇਸੇ ਵਿੱਚ ਹਉਂ ਕਰਕੇ ਨਾ ਕਦੀ ਸਚਿਆਰ ਬਣ ਜਾਂਦਾ ਤੇ ਕਦੀ ਕੂੜਿਆਰ ਬਣ ਜਾਂਦਾ। ਇਹਦੇ ਇਰਦ ਗਿਰਦ ਵਾਲੇ ਹੁਣ ਬੰਦੇ ਦੇ ਕੰਮਾਂ ਵੇਖ ਕੇ, ਚਾਰ ਕੰਮਾਂ ਨੂੰ ਵੇਖ ਕੇ ਨਹੀਂ ਕਰਕੇ ਬੰਦਾ ਬੜਾ ਸੱਚਾ ਬਈ, ਆਲਾ ਦਰਜੇ ਦੇ ਕੰਮ ਕਰਦਾ, ਤੇ ਕਦੀ ਉਹਦੇ ਨਾਲ ਵਿਚਰਨ ਵਾਲੇ ਉਹਦੇ ਬਾਰੇ ਇਹ ਕਹਿੰਦੇ ਨੇ ਬੜਾ ਝੂਠਾ ਬੰਦਾ ਭਾਈ। ਮਾੜਾ ਜਿਹੇ ਪਰਾਂ ਹੋ ਜਾਂਦੇ ਉਹਦੇ ਬਾਰੇ ਝੂਠਾ ਸ਼ਬਦ ਬੋਲ ਦਿੰਦੇ ਨੇ, ਮਾੜਾ ਜਿਹਾ ਉਹਦੇ ਸਾਹਮਣੇ ਆ ਜਾਂਦੇ ਤੇ ਉਹਨੂੰ ਸੱਚਾ ਕਹਿ ਦਿੰਦੇ ਨੇ। ਵੈਸੇ ਇੱਕ ਬੇਨਤੀ ਕਰਾਂ, ਜਿਹੜਾ ਬੀਜ ਹੁੰਦਾ ਨਾ, ਬੀਜ ਸਾਧ ਸੰਗਤ, ਬੀਜ ਹਰ ਇੱਕ ਉਗਦਾ ਹੈ ਪਰ ਉਹਨੂੰ ਵਾਤਾਵਰਨ ਚਾਹੀਦਾ। ਹੁਣ ਤੁਸੀਂ ਤੁਹਾਡੇ ਘਰਾਂ 'ਚ ਡਰਮਾਂ 'ਚ ਕਣਕ ਪਈ, ਉਹ ਕਿਉਂ ਨਹੀਂ ਉਗਦੀ? ਕਿਉਂਕਿ ਉਹਦੇ ਕੋਲ ਵਾਤਾਵਰਨ ਹੈ ਨਹੀਂ, ਜ਼ਮੀਨ ਹੈ ਨਹੀਂ। ਹੁਣ ਉਸੇ ਕਣਕ ਨੂੰ ਤੁਸੀਂ ਜ਼ਮੀਨ 'ਚ ਬੀਜਦੇ ਹੋ, ਉਦੋਂ ਕਿ ਉਗਦੀ ਹੈ? ਕਿਉਂਕਿ ਪੂਰਾ ਪ੍ਰੋਪਰ ਜ਼ਮੀਨ ਤੇ ਵਾਤਾਵਰਨ, ਰੁੱਤ ਮਿਲ ਗਈ ਹੈ। ਅੱਛਾ, ਰੁੱਤ ਵੀ ਹੈਗੀ ਹੈ, ਰੁੱਤ ਵੀ ਹੈਗੀ ਹੈ। ਉਹ ਕਣਕ ਤੁਹਾਡੇ ਖੇਤਾਂ ਆਪਣੇ ਘਰਾਂ 'ਚ ਪਈ, ਉਦੋਂ ਕਿਉਂ ਨਹੀਂ ਉਗਦੀ? ਹੁਣ ਜਦੋਂ ਕੱਤਕ ਦਾ ਮਹੀਨਾ ਹੁੰਦਾ, ਜਦੋਂ ਬਿਜਾਈ ਸ਼ੁਰੂ ਹੁੰਦੀ ਕਣਕਾਂ ਦੀ, ਜਦੋਂ ਆਪਾਂ ਜਾ ਕੇ ਬੀਜਦੇ ਹਾਂ, ਉਹ ਉੱਗ ਪੈਂਦੀ ਹੈ। ਉਹਦੇ ਨਾਲ ਦਾ ਇੱਕ ਦਾਣਾ ਜ਼ਮੀਨ 'ਚ ਬੀਜਿਆ, ਉਹ ਉੱਗ ਪਿਆ। ਇੱਕ ਦਾਣਾ ਤੁਹਾਡੇ ਘਰ ਪਿਆ, ਭੜੋਲੀ 'ਚ, ਤੁਹਾਡੇ ਡਰਮ 'ਚ ਪਿਆ, ਉਹ ਕਿਉਂ ਨਹੀਂ ਉੱਗਿਆ? ਕਿਉਂਕਿ ਉਹਨੂੰ ਪ੍ਰੋਪਰ ਬਾਹਰ ਵਾਤਾਵਰਨ ਮਿਲ ਗਿਆ। ਇਹਨੂੰ ਵਾਤਾਵਰਨ ਮਿਲ, ਜਿਹੜੀ ਹਉਂ ਹੈ ਨਾ, ਇਹਨੂੰ ਬਕਾਇਦਾ ਪ੍ਰੋਪਰ ਵਾਤਾਵਰਨ ਮਿਲਦਾ ਹੈ। ਕਈ ਵਾਰੀ ਹਉਮੈ ਨੂੰ ਵਧਾਉਣ ਵਿੱਚ ਚੁਗਿਰਦੇ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਮਾੜਾ ਜੀ ਨੂੰ ਵਧਾ ਚਾ, ਬੱਲੇ ਬੱਲੇ ਭਾਈ ਸਾਹਿਬ ਤੁਸੀਂ ਕਮਾਲ ਕਰਦੀ। ਇੱਦਾਂ ਉਹਦੀ ਹਉਮੈ ਨੂੰ ਵਧਾਉਣ ਵਿੱਚ ਉਹਦਾ ਚੁਗਿਰਦਾ ਬੜਾ ਵੱਡਾ ਰੋਲ ਅਦਾ ਕਰਦਾ ਹੈ। ਐਵੇਂ ਹੁਣ ਇਹ ਵੀ ਹਉਮੈ ਲੈ ਕੇ ਬੰਦਾ ਜੰਮਦਾ, ਜਾਂ ਜੰਮਦਿਆਂ ਹਉਮੈ ਹੁੰਦੀ ਹੈ। ਜਿਵੇਂ ਬੀਜ ਹਰ ਇੱਕ ਉਗ ਸਕਦਾ ਹੈ, ਪਰ ਇੱਕ ਨੂੰ ਉਗਣ ਦਾ ਮੌਕਾ ਮਿਲ ਜਾਂਦਾ ਹੈ, ਵਾਤਾਵਰਨ ਮਿਲਦਾ ਹੈ। ਹਉਮੈ ਵੀ ਇੱਕ ਬੀਜ ਦੀ ਤਰ੍ਹਾਂ ਹੈ, ਉਗਦੀ ਹੈ। ਮਾੜੀ ਜਿਹੀ ਗੱਲ ਨੂੰ ਵਧਾ ਕੇ ਪੇਸ਼ ਕਰਨੀ, ਉਹ ਬੀਜ ਪ੍ਰਫੁੱਲਤ ਹੁੰਦਾ ਹੈ। ਵੈਸੇ ਇੱਕ ਬੇਨਤੀ ਕਰਾਂ, ਆ ਮੈਂ ਸ਼ਬਦ ਕਹਿਣਾ ਹਉਮੈ ਨਹੀਂ ਹੈ। ਹੁਣ ਮੰਨ ਲਓ ਤੁਸੀਂ ਘਰ 'ਚ ਕਹੋ ਖਾਣਾ ਕਿਹਨੇ ਬਣਾਇਆ, ਕੁਦਰਤੀ ਗੱਲ ਹੈ। ਘਰ 'ਚ ਔਰਤ ਕਹੇਗੀ ਮੈਂ ਬਣਾਇਆ, ਤਾਂ ਤੁਸੀਂ ਕਹੋਗੇ ਕਿ ਨਾ ਹੰਕਾਰ ਹੈ, ਮੈਂ ਬਣਾਇਆ। ਇਹ ਮੈਂ ਕਹਿਣਾ ਹੰਕਾਰ ਹੈ। ਕੁਦਰਤੀ ਗੱਲ, ਜਦੋਂ ਘਰ 'ਚ ਬਣਾਇਆ ਉਹਨੇ ਖਾਣਾ, ਉਹਨੇ ਮੈਂ ਹੀ ਕਹਿਣਾ। ਤੇ ਜੇ ਤੁਸੀਂ ਕਹੋ ਨਹੀਂ ਮੈਂ ਕਹਿਣਾ ਹੰਕਾਰ ਜੀ, ਫਿਰ ਇੱਦਾਂ ਕਹੇ ਦਾਸ ਨੇ ਬਣਾਇਆ ਜੀ। ਅੱਛਾ, ਦਾਸ ਕਹਿਣਾ ਨਿਮਰਤਾ ਹੈ? ਜ਼ੁਬਾਨ ਨਾਲ ਦਾ ਦਾਸ ਕਹਿ ਦੇ ਨਿਮਰਤਾ ਹੈ। ਤੇ ਉਹ ਗੱਲ ਹੋ ਗਈ ਕਿ ਜਿਵੇਂ ਸਤਿਗੁਰ ਨੇ ਬਾਣੀ 'ਚ ਨਹੀਂ ਲਿਖਿਆ, ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਗੁਰਦੇਵ ਪਿਤਾ ਮਹਾਰਾਜ ਜੀ ਦਾ, ਜਦੋਂ ਤੁਸੀਂ ਗੁਰਬਾਣੀ ਦੀ ਤਾਂ ਵਾਕ ਪੜ੍ਹਦੇ ਹੋ ਧਿਆਨ ਨਾਲ, ਬਾਬੇ ਫਰੀਦ ਦੇ ਸ਼ਲੋਕ ਪੜ੍ਹਦੇ ਹੋ, ਫਰੀਦਾ ਕੰਨ ਮਸਾਲਾ ਸੂਫ ਗਲ ਦਿਲ ਕਾਤੀ ਗੁੜਵਾਤ, ਜ਼ੁਬਾਨ ਗੁੜ ਵਰਗੀ ਮਿੱਠੀ ਆ ਪਰ ਅੰਦਰ ਕੈਂਚੀ ਆ। ਮੰਨ ਲਓ ਜ਼ੁਬਾਨ ਮਿੱਠੀ ਹੋਵੇ ਤਾਂ ਨਿਮਰਤਾ, ਹਾਂਜੀ ਹਾਂਜੀ ਹਾਂਜੀ। ਜਿਵੇਂ ਸਕੂਲਾਂ ਦੇ ਵਿੱਚ ਜਦੋਂ ਬੱਚੇ ਨੇ ਛੁੱਟੀ ਲੈਣੀ ਹੁੰਦੀ ਸੀ, ਥੱਲੇ ਲਿਖਦਾ ਹੁੰਦਾ ਸੀ ਅੱਤ ਦਾ ਸ਼ਰਾਰਤੀ ਬੱਚਾ ਵੀ ਜਦੋਂ ਸਕੂਲ 'ਚੋਂ ਉਹ ਛੁੱਟੀ ਲੈਂਦਾ ਹੈ ਆਪਣੇ ਕਲਾਸ ਇੰਚਾਰਜ ਕੋਲੋਂ, ਉਹ ਇੱਦਾਂ ਲਿਖਦਾ ਆਪ ਜੀ ਦਾ ਆਗਿਆਕਾਰੀ, ਤੇ ਟੀਚਰ ਕਈ ਵਾਰੀ ਹੱਸ ਪੈਂਦਾ ਵੀ ਜੇ ਤੂੰ ਆਗਿਆਕਾਰੀ ਤੇ ਸ਼ਰਾਰਤੀ ਕੌਣ ਹੋਇਆ? ਸ਼ਰਾਰਤੀ ਕੌਣ ਹੋਇਆ? ਕਈ ਬੰਦੇ ਕਹਿਣਗੇ ਗੁਲਾਮ, ਕਈ ਬੰਦੇ ਤੁਸੀਂ ਵੇਖੇ ਇੱਦਾਂ ਕਹਿਣਗੇ ਕਦੀ ਗਰੀਬਾਂ ਘਰ ਵੀ ਚਰਨ ਪਾਓ। ਤੁਸੀਂ ਮਾੜਾ ਜਾ ਕੇ ਕਹੋ ਅਸੀਂ ਗਰੀਬਾਂ ਘਰ ਨਹੀਂ ਜਾਂਦੇ, ਮਿੰਟੋ ਮਿੰਟ ਹੀ ਆਪਣੀ ਕੋਠੀਆਂ ਗਣਾ ਦੇਣਗੇ ਤੁਹਾਨੂੰ। ਇੱਕ 'ਚ ਮੈਰੇ ਨਾ 4 ਕਿਰਾਏ ਤੋਂ ਦਿੱਤੀਆਂ, 4-5 ਗੱਡੀਆਂ ਨੇ ਘਰ ਇੱਦਾਂ। ਅੱਛਾ, 5 ਮਿੰਟ ਪਹਿਲਾਂ ਗਰੀਬ ਕਹਿੰਦਾ ਸੀ, ਹੁਣ ਇੱਕਦਮ ਅਮੀਰੀ ਕਿੱਥੋਂ ਟਪਕ ਪਈ? ਭਾਵ ਉਹ ਜਿਹੜੀ ਗਰੀਬੀ ਸੀ ਨਾ, ਉਹ ਵੀ ਲੱਭ ਜਾਂਦੀ ਸੀ, ਲੱਭ ਜਾਂਦੀ ਸੀ। ਬਸ ਇੱਦਾਂ ਹਉਂ ਵਿੱਚ ਸਚਿਆਰ ਕੂੜਿਆਰ, ਇਹ ਜਿਹੜਾ ਹਉਂ ਸ਼ਬਦ ਹੈ ਨਾ, ਹਉਂ ਵਿੱਚ ਹਉਂ, ਇਹ ਸਚਿਆਰ, ਇਹ ਜਿਹੜਾ ਸਚਿਆਰ ਕੂੜਿਆਰ ਸ਼ਬਦ ਹੈ ਨਾ, ਇਹਦੀ ਵੀ ਇਹਨੇ ਆਪਣੀ ਡੈਫੀਨੇਸ਼ਨ ਹੀ ਘੜੀ ਹੋਈ ਹੈ, ਕਿਉਂਕਿ ਅੱਗੇ ਜਾ ਕੇ ਕਲੀਅਰ ਹੋ ਜਾਣਾ, ਮਹਾਰਾਜ ਨੇ ਕਰ ਦੇਣਾ। ਹਉਂ ਵਿੱਚ ਸਚਿਆਰ ਕੂੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ। ਇਹ ਪਾਪ ਪੁੰਨ ਇਹ ਗੁਰਮਤਿ ਵਾਲੀ ਨਹੀਂ ਹੈ, ਗੁਰਮਤਿ ਵਾਲਾ ਪੁੰਨ ਨਹੀਂ। ਇੱਥੇ ਜਿਹੜਾ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਸੋਲਾ ਬਾਣੀ ਦੇ ਵਿੱਚ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਇਹ ਇੱਥੇ ਉਸ ਪੁੰਨ ਦੀ ਗੱਲ ਨਹੀਂ ਹੋ ਰਹੀ। ਇੱਥੇ ਪਾਪ ਪੁੰਨ ਦੀ ਡੈਫੀਨੇਸ਼ਨ ਵੀ ਇਹਦੀ ਆਪਣੀ ਆ। ਮਾੜਾ ਜਿਹਾ ਚੰਗਾ ਕੰਮ ਕਰਦਾ ਕਹਿੰਦਾ ਪੁੰਨ ਹੋ ਗਿਆ, ਇੱਦਾਂ। ਕੋਈ ਜੀਵ ਪੈਰ ਥੱਲੇ ਆਣ ਕੇ ਮਰ ਗਿਆ ਤੇ ਪਾਪ ਹੋ ਗਿਆ। ਬਸ ਇਹਦੀ ਪਾਪ ਪੁੰਨ ਦੀ ਪਰਿਭਾਸ਼ਾ ਵੀ ਹਉਂ ਵਿੱਚ ਪਾਪ ਪੁੰਨ ਵਿਚਾਰ, ਪਾਪ ਪੁੰਨ ਦੀ ਵਿਚਾਰ, ਚੰਗੇ ਮਾੜੇ ਕੰਮਾਂ ਦੀ ਡੈਫੀਨੇਸ਼ਨ ਵੀ ਆਪ ਹੀ ਘੜਦਾ ਵਾ, ਆਪ ਹੀ ਕਰਦਾ। ਤੁਸੀਂ ਦੇਖੋ ਕਈ ਬੰਦੇ ਆਪਾਂ ਤੇ ਪਾਪ ਕਰਨ ਤੋਂ ਗਰੇਜ ਕਰਦੇ ਜੀ, ਅਜੇ ਤੱਕ ਕੋਈ ਕੀੜਾ ਮਕੌੜਾ ਨਹੀਂ ਮਾਰਿਆ, ਇਹ ਪਾਪ ਹੈ। ਉਹਦੀ ਆਪਣੀ ਡੈਫੀਨੇਸ਼ਨ ਪਾਪ ਦੀ। ਪਾਸ਼ਕ ਨੇ ਹਉਂ ਵਿੱਚ ਹਉਂ ਪਾਪ ਪੁੰਨ ਵਿਚਾਰ, ਵਿੱਚ ਹਉਂ ਦੇ ਫਸਿਆ ਪਾਪ ਪੁੰਨ ਦੀ ਵਿਚਾਰ ਕਰਦਾ। ਪਾਪ ਪੁੰਨ ਬਾਰੇ ਤਾਂ ਗਿਣਤੀਆਂ ਮਿਣਤੀਆਂ ਦੱਸਦਾ ਪਾਤਸ਼ਾਹ ਜੀ ਕਹਿੰਦੇ ਨੇ। ਤੇ ਵਿੱਚ ਹਉਂ ਵਿੱਚ ਨਰਕ ਸੁਰਗ ਅਵਤਾਰ। ਨਰਕ ਸੁਰਗ ਵੀ ਉਹ ਜਿਹੜਾ ਬਿੱਪਰ ਨੇ ਆਖਿਆ, ਉਹ ਨਰਕ ਸੁਰਗ ਨਹੀਂ। ਨਰਕ ਸੁਰਗ ਦੀ ਵੀ ਆਪਣੀ ਆਪਣੀ ਵਿਚਾਰ ਦੀ ਆਪਣੀ ਬਣੀ ਹੋਈ ਹੈ।
ਜਿਵੇਂ ਸਚਿਆਰ ਤੇ ਕੂੜਿਆਰ ਦੀ ਹੈ, ਪਾਪ ਪੁੰਨ ਦੀ ਹੈ, ਨਰਕ ਸੁਰਗ ਵਿੱਚ ਹਉ। ਹਉ ਵਿੱਚ ਭਾਵ ਮਨ ਵਿੱਚ ਜਦੋਂ ਤੱਕ ਹਉ ਟਿਕੀ ਹੋਈ ਹੈ, ਕਹਿਣ ਲੱਗੇ ਹਉ ਵਿੱਚ ਨਰਕ ਸੁਰਗ ਅਵਤਾਰ। ਨਰਕ ਸੁਰਗ ਅਵਤਾਰ, ਨਰਕ ਤੇ ਸੁਰਗ ਅਵਤਾਰ ਦਾ ਅਰਥ ਹੁੰਦਾ ਅਵਤਰਨਾ, ਆਉਣਾ, ਬਾਰ-ਬਾਰ ਜੰਮਣ ਮਰਨ ਦੀ ਕਿਰਿਆ ਵਿੱਚ ਪੈਣਾ। ਪਾਤਸ਼ਾਹ ਜੀ ਕਹਿੰਦੇ ਨੇ ਕਦੀ ਮਾੜਾ ਜਿਹਾ ਚੰਗਾ ਕੰਮ ਕਰਦਾ ਤੇ ਨਰਕ ਮਹਿਸੂਸ ਹੋਣ ਲੱਗ ਪੈਂਦਾ, ਮਾੜਾ ਜਿਹਾ ਚੰਗਾ ਕੰਮ ਕਰਦਾ ਤੇ ਸਵਰਗ ਮਹਿਸੂਸ ਹੋਣ ਲੱਗ ਪੈਂਦਾ, ਮਾੜਾ ਜਿਹਾ ਚੰਗਾ ਕਰਦਾ ਸਵਰਗ। ਇਹ ਨਰਕ ਸਵਰਗ ਦਾ ਆਪਣਾ ਘੜਿਆ ਹੋਇਆ, ਚੰਗਾ ਕਰਦਾ ਮਾੜਾ ਜਿਹਾ ਤੇ ਸਵਰਗ, ਮਾੜਾ ਜਿਹਾ ਦੂਜੇ ਬੰਨੇ ਤੁਰਦਾ ਤੇ ਨਰਕ। ਇਹਦੀ ਆਪਣੀ ਸੋਚ ਘੜੀ ਹੋਈ ਹੈ। ਹਉ ਵਿੱਚ ਨਰਕ ਸੁਰਗ ਅਵਤਾਰ, ਕਹਿੰਦੇ ਹਉ ਵਿੱਚ ਹੱਸੈ, ਹਉ ਵਿੱਚ ਰੋਵੇ। ਜਦੋਂ ਤੱਕ ਇਹਦੀ ਹਉਮੈ ਨੂੰ ਪੱਠੇ ਪੈਂਦੇ, ਜਦੋਂ ਤੱਕ ਇਹਦੀ ਹਉਮੈ ਵੀ ਖੁਰਾਕ ਨਾ, ਜਿਵੇਂ ਬੰਦੇ ਨੂੰ ਭੁੱਖ ਲੱਗੀ ਹੋਵੇ ਤੇ ਰੋਟੀ ਮਿਲੇ, ਜਦੋਂ ਤੱਕ ਬੰਦੇ ਦੀ ਹਉਮੈ ਨੂੰ ਖੁਰਾਕ ਮਿਲਦੀ ਜਾਂਦੀ ਹੈ ਤੇ ਹੱਸਦਾ ਬੜਾ। ਲਿਖਿਆ ਤੇ ਬੰਦਾ ਰੋਟੀ ਖਾਣ ਲਈ ਨਾ ਤੇ ਉਹਦੀ ਹਉਮੈ ਨੂੰ ਜਾਂ ਖੁਰਾਕ ਪਾਈ ਜਾਓ, ਵਾਹ ਵਾਹ ਭਾਈ ਸਾਹਿਬ ਵਿਆਹ ਬੜੇ ਵੇਖੇ, ਪਰ ਜਿਹੜਾ ਤੁਸੀਂ ਬੱਚੇ ਦਾ ਵਿਆਹ ਕੀਤਾ ਨਾ, ਅਜੇ ਤੱਕ ਕੰਨਾਂ 'ਚੋਂ ਸੰਗੀਤ ਦੀ ਆਵਾਜ਼ ਆਉਂਦੀ, ਮੇਰੇ ਦੇ ਮੂੰਹ 'ਚ ਅਜੇ ਤੱਕ ਸਵਾਦ ਆਈ ਜਾਂਦਾ ਸਬਜ਼ੀਆਂ ਦਾ, ਜਿਹੜਾ ਤੁਹਾਡੇ ਘਰੋਂ ਇੱਦਾਂ ਕਹਿਣਗੇ ਫਿਰ ਐਂ ਪੱਠੇ ਚੰਗੀ ਤਰ੍ਹਾਂ ਪਾਉਣਗੇ, ਔਰ ਨਾਲ ਜਿਹੜੇ ਭੜਪੂੰਜੇ ਜਿਹੇ ਰੱਖੇ ਹੁੰਦੇ ਨਾ, ਉਹ ਫਿਰ ਇੱਦਾਂ ਤਾਰੀਫਾਂ ਕਰਨਗੇ, ਬੜੇ ਵਿਆਹ ਵੇਖੇ, ਪਰ ਤੁਹਾਡਾ ਪਰਾਂ ਜਾ ਕਹਿਣਗੇ ਨਿਕੰਮਾ ਵਿਆਹ ਕੀਤਾ ਇਹਨੇ, ਸਿਰੇ ਦਾ ਨਿਕੰਮਾ। ਮੂੰਹ ਤੇ ਵਡਿਆਈ ਕਰੀ ਜਾਣੀ। ਮੰਤਰੀਆਂ ਨਾਲ ਵੀ ਇਹੋ ਕੁਝ ਹੁੰਦਾ, ਪਤਾ ਮੰਤਰੀਆਂ ਨੂੰ ਵੀ ਹੁੰਦਾ ਵੀ ਜਿੰਨੀ ਮੂੰਹ ਤੇ ਸਾਡੀ ਵਡਿਆਈ ਕਰਦੀ ਹੈ, ਪਿੱਠ ਪਿੱਛੇ ਕਹਿੰਦੇ ਇਹਦੇ ਨਾਲ ਦਾ ਨਿਕੰਮਾ ਲੀਡਰ ਕੋਈ ਨਹੀਂ। ਅੱਛਾ, ਅੱਧਾ ਘੰਟਾ ਪਹਿਲਾਂ ਉਹਨੂੰ ਨਿਕੰਮਾ ਕਹਿ ਰਹੇ ਹੁੰਦੇ ਆ। ਬਾਬਿਆਂ ਨਾਲ ਵੀ ਐਸਾ ਹੁੰਦਾ, ਬਾਬਿਓ ਧਿਆਨ ਆਪਣੇ ਵੱਲ ਵੀ ਰੱਖਿਓ, ਤੁਹਾਡੇ ਬਾਹਰ ਵੀ ਇੱਦਾਂ ਹੀ ਹੋ ਰਿਹਾ। ਮੂੰਹ ਤੇ ਕਹਿਣਗੇ ਆਹ, ਅੱਗੋਂ ਪਿੱਛੋਂ ਕਹਿਣਗੇ ਬੱਲੇ ਬੱਲੇ ਬੱਲੇ, ਜਦੋਂ ਸਾਹਮਣੇ ਬਾਬਾ ਜੀ ਦੀ ਸਾਰੀ ਕਿਰਪਾ, ਉਹ ਹੀ ਨਿਹਾਲ ਕਰਨ ਵਾਲੇ ਸਾਰੇ, ਉਹ ਤੇ ਚੜ੍ਹਦੀ ਕਲਾ ਵਿੱਚ। ਲੀਡਰ ਨਾਲ ਨਹੀਂ ਹੁੰਦਾ। ਅੱਗੋਂ ਮੈਂ ਲੀਡਰ ਨਿਕੰਮਾ ਕੱਖ ਨਹੀਂ ਕੀਤਾ ਇਹਨੇ ਸਾਡੇ ਇਲਾਕੇ ਲਈ। ਉਦੋਂ ਨਹੀਂ ਕਿਤੇ ਇਲਾਕੇ 'ਚ ਕਿਸੇ ਦੇ ਘਰ ਭੋਗ ਹੋਵੇ, ਲੀਡਰ ਸਾਹਿਬ ਆ ਜਾਂਦੇ ਆ, ਫੜ ਕੇ ਉਹ ਬੰਦਾ ਮਾਇਕ ਹੀ ਬੋਲਣਗੇ, ਸਾਡੇ ਇਲਾਕੇ ਦੇ ਵਿਧਾਇਕ ਸਾਹਿਬ ਆਏ ਆ, ਬੜਾ ਮਾਣ ਸਾਨੂੰ ਇਹਨਾਂ ਤੇ ਜੀ, ਸਾਡੇ ਇਲਾਕੇ ਦੇ ਥੰਮ ਇੱਦਾਂ ਕਹਿਣਗੇ। ਉਹ ਹੁਣ ਉਹਨੂੰ ਖੁਰਾਕ ਮਿਲਦੀ, ਹੱਸ ਰਿਹਾ ਵਾ, ਤੇ ਜਦੋਂ ਹਉ ਮੈਨੂੰ ਖੁਰਾਕ ਨਾ ਮਿਲੇ ਫਿਰ ਹੁੰਦਾ ਵੀ ਆ। ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਵਿੱਚ ਹਉ ਭਰਦਾ ਵੀ ਆ। ਪਾਪਾਂ ਦੀ ਮੈਲ ਭਰੀ ਜਾਂਦੀ ਹੈ, ਹਉਮੈ ਮੈਲ ਹੀ ਹੈ ਨਾ ਵੈਸੇ, ਤਾਂ ਆਖਿਆ ਸੀ ਨਾ ਕਿ ਮਨ ਮੈਲ ਹੈ ਸਭ ਕੁਛ ਮੈਲਾ, ਤਨ ਧੋਤੇ ਮਨ ਹਛਾਨਾ ਹੋਏ। ਜਿੰਨਾ ਮਰਜ਼ੀ ਤਨ ਧੋਈ ਜਾ, ਮਨ ਤੇ ਮੈਲ ਨਾ ਭਰਿਆ ਪਿਆ। ਪਾਤਸ਼ਾਹ ਕਹਿੰਦੇ ਹਉ ਵਿੱਚ ਭਰੀਐ, ਹਉ ਵਿੱਚ ਧੋਵੈ। ਅੱਛਾ, ਧੋਣ ਦਾ ਯਤਨ ਵੀ ਕਰਦਾ ਹਉਮੈ ਨੂੰ, ਉਹਦੇ ਵੀ ਆਪਣੇ ਮਾਪਦੰਡ ਹੈ। ਦਿੱਲੀ ਦਾਸ ਕਥਾ ਜਦੋਂ ਬੰਗਲਾ ਸਾਹਿਬ ਕਰਦਾ ਹੁੰਦਾ ਸੀ, ਤੇ ਉੱਥੇ ਇੱਕ ਘਟਨਾ ਵਾਪਰੀ। ਇੱਕ ਗੁਰਦੁਆਰਾ ਸਾਹਿਬ ਮੈਂ ਇੱਦਾਂ ਸਮਾਗਮ ਤੇ ਗਿਆ, ਜਦੋਂ ਅਸੀਂ ਜੋੜਾ ਉਤਾਰ ਕੇ ਨਾ, ਜੁੱਤੀ ਉਤਾਰ ਕੇ ਜਦੋਂ ਰੱਖਣ ਲੱਗੇ ਜੋੜਾ ਘਰ, ਤੇ ਪੱਥਰ ਦੀ ਸਿਲ ਲੱਗੀ ਜਿੱਥੇ ਜੋੜਾ ਲਾ ਕੇ ਅੰਦਰ ਰੱਖੀਦਾ ਸੀ, ਤੇ ਉੱਥੇ ਬੰਦੇ ਦਾ ਨਾਮ ਲਿਖਿਆ। ਤੇ ਮੈਂ ਪੁੱਛ ਬੈਠਾ, ਮੈਂ ਕਿਹਾ ਜੀ ਆਮ ਤੇ ਲੋਕੀ ਕੰਧ ਨਾਲ ਪੱਥਰ ਲਾਉਂਦੇ ਆ, ਇਹ ਜਿੱਥੇ ਜੋੜਾ ਉਤਾਰੀਦਾ ਇੱਥੇ ਇੱਕੋ ਪੱਥਰ ਲਾਇਆ। ਤੇ ਹੱਸ ਕੇ ਵਿੱਚੋਂ ਬੰਦੇ ਦੱਸਣ ਲੱਗ ਪਏ, ਕਹਿੰਦੇ ਭਾਈ ਸਾਹਿਬ ਜੀ ਗੱਲ ਅਸਲ 'ਚ ਕੀ ਹੈ ਵੀ ਜਿਸ ਬੰਦੇ ਦਾ ਇੱਥੇ ਨਾਂ ਲਿਖਿਆ ਨਾ, ਉਹ 2 ਨੰਬਰ ਦਾ ਧੰਦਾ ਕਰਦਾ। ਪਤਾ ਸਾਰੇ ਇਲਾਕੇ ਨੂੰ ਹੈ, ਸਾਡੇ ਨੂੰ ਸਾਰੇ ਇਲਾਕੇ ਨੂੰ ਪਤਾ ਵੀ ਕਮਾਈ ਪਿਓਰ 2 ਨੰਬਰ ਦੀ, ਪਿਓਰ 2 ਨੰਬਰ ਦੀ। ਇੱਕ ਹੁੰਦਾ ਨਾ ਬੰਦੇ ਦਾ ਥੋੜ੍ਹਾ 50-50 ਕਾਰੋਬਾਰ ਨਹੀਂ, ਵਿੱਚੋਂ ਚੰਗੀ ਵੀ ਹੈਗੀ ਆ, ਵੀ ਸਾਰਾ ਧੰਦਾ ਹੀ 2 ਨੰਬਰ ਦਾ। ਤੇ ਗੁਰਦੁਆਰੇ ਉਹਨੇ ਪੱਥਰ ਇਹ ਕਹਿ ਕੇ ਲਵਾਇਆ ਵੀ ਜਿੱਥੇ ਜੋੜੇ ਉਤਰਦੇ ਆ ਉੱਥੇ ਪੱਥਰ ਲਾਉਣਾ। ਕਾਫੀ ਉਹਨੇ ਪੱਥਰ ਦੀ ਸੇਵਾ ਕੀਤੀ, ਤੇ ਜਿੱਥੇ ਜੋੜਾ ਉਤਰਦਾ ਉੱਥੇ ਪੱਥਰ ਲਾਉਣਾ ਤੇ ਮੇਰਾ ਨਾਮ ਲਿਖਣਾ, ਤਾਂ ਕਿ ਸੰਗਤਾਂ ਦੇ ਜੋੜਿਆਂ ਦੀ ਰਾਖ ਮੇਰੇ ਨਾਂ ਤੇ ਪਵੇ ਤੇ ਮੇਰੇ ਪਾਪਾਂ ਦੀ ਮੈਲ ਲੈ ਜੇ। ਅੱਛਾ, ਪੁੱਠੇ ਕੰਮ ਨਹੀਂ ਛੱਡਣੇ, ਕੰਮ ਨਹੀਂ ਬਦਲਣੇ, ਤੇ ਪੱਥਰ ਦੇ ਉੱਤੇ ਆਪਣਾ ਨਾਮ ਲਿਖਾਤਾ। ਇਹਨੂੰ ਕਹਿੰਦੇ ਹਉ ਵਿੱਚ ਭਰੀਏ ਤੇ ਹਉ ਵਿੱਚ ਧੋਵੈ। ਇਹ ਵੀ ਹਉ ਵਿੱਚ ਵਾ, ਇਹਦੇ ਵਿੱਚ ਵੀ ਹਉਮੈ ਆ। ਕੇ ਵੇਖੋ ਜੀ, ਬੱਲੇ ਬੱਲੇ ਕਿੰਨੀ ਨਿਮਰਤਾ ਭਾਈ ਸਾਹਿਬ 'ਚ। ਪੱਥਰ ਉੱਥੇ ਲਵਾਇਆ ਜਿੱਥੇ ਜੋੜੇ ਲੈਂਦੇ ਆ, ਜੋੜੇ ਝਾੜਦੇ ਭਾਈ ਸਾਹਿਬ ਜੀ ਤੜਕੇ ਉੱਠ ਕੇ, ਜਾ ਕੇ ਘਰੋਂ ਰੁਮਾਲ ਖੜਦੇ ਜੋੜੇ ਸਾਫ਼ ਕਰਨ ਲਈ। ਵਿੱਚ ਹਉ ਆ। ਕਈ ਘਰ ਨੂੰ ਸੱਸ ਦੀ ਨਹੀਂ ਬਣਦੀ, ਦਰਾਣੀ ਜਠਾਣੀ ਦੀ ਨਹੀਂ ਬਣਦੀ ਘਰ, ਤੇ ਗੁਰਦੁਆਰੇ ਚੱਲ ਜਾਣਾ ਕਿਤੇ ਤੋਂ ਬਾਹਰ, ਉਹ ਹੁਣ ਦਰਾਣੀ ਮੱਥਾ ਟੇਕ ਕੇ ਪਹਿਲਾਂ ਚਲੀ ਗਈ, ਜਠਾਣੀ ਬਾਅਦ 'ਚ ਆਈ, ਜਾਂ ਜਠਾਣੀ ਮੱਥਾ ਟੇਕ ਕੇ ਪਹਿਲਾਂ ਚਲੀ ਗਈ, ਦਰਾਣੀ ਬਾਅਦ 'ਚ ਆਈ, ਤੇ ਉਹ ਇੱਦਾਂ ਜੋੜੇ ਸਾਫ਼ ਕਰ ਰਹੀ ਬਾਹਰ। ਉਹ ਅੰਦਰੋਂ ਵੇਖ ਰਹੀ ਸ਼ੀਸ਼ੇ 'ਚ ਵੀ ਇਹਨੂੰ ਇਹ ਨਹੀਂ ਪਤਾ ਵੀ ਆਹ ਜੁੱਤੀ ਮੇਰੀ ਆ। ਸੱਸ ਪਹਿਲਾਂ ਮੱਥਾ ਟੇਕ ਆਈ, ਨੂੰਹ ਮਗਰੋਂ ਗਈ, ਉੱਦਾਂ ਨਹੀਂ ਬਣਦੀ। ਸਹੁਰੇ ਦੀ ਵੀ ਜੁੱਤੀ ਸਾਫ਼ ਕਰਤੀ, ਸੱਸ ਦੀ ਵੀ ਕਰਤੀ, ਤੂੰ ਅੰਦਰੋਂ ਹੱਸਦੀ ਹੈ ਵੀ ਇੱਥੇ ਜੁੱਤੀਆਂ ਸਾਫ਼ ਕਰਦੀਆਂ, ਘਰ ਮਾਰਦੀਆਂ। ਮੈਂ ਨਹੀਂ ਕਹਿੰਦਾ ਵੀ ਨੂੰਹ ਹੀ ਮਾਰਦੀ, ਸੱਸ ਵੀ ਮਾਰ ਸਕਦੀ ਆ, ਸਹੁਰਾ ਵੀ ਮਾਰ ਸਕਦਾ, ਪਤੀ ਵੀ ਮਾਰ ਸਕਦਾ, ਪਤਨੀ ਵੀ ਮਾਰ ਸਕਦੀ, ਕੋਈ ਵੀ ਮਾਰ ਸਕਦਾ ਹੈ। ਪਰ ਕਈ ਵਾਰੀ ਬੰਦਾ ਵਿੱਚ ਹਉ ਕਰਕੇ, ਹਉਮੈ ਵਿੱਚ ਹੀ ਕਈ ਵਾਰੀ ਵੇਖਣ ਨੂੰ ਲੱਗਦਾ ਵੀ ਜੋੜਾ ਕਰਨ ਵਾਲਾ ਨਿਮਰਤਾ 'ਚ ਹੈ, ਪਰ ਕਈ ਵਾਰੀ ਉਹ ਆਪਣੀ ਹਉਮੈ ਨੂੰ ਬਰਕਰਾਰ ਰੱਖਣ ਲਈ ਇਹ ਕੰਮ ਕਰਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਹਉ ਵਿੱਚ ਭਰੀਐ,
वैसे हुण तुसीं देखो कई जोड़े घरां 'ਚ उन्होंने बूट पॉलिश इदां पॉलिश रखी हुंदी ਉਹ ਕਰਦੇ ਆ, चलो ये तो गल मन्नी। कईयां रुमाल रखे ਹੁੰਦੇ भी हद हो गई भी ये रुमाल साफ करके ਤਾਂ घरों रुमाल लेना ਉਹ ਜੁੱਤੀ ਤੇ ਫੇਰ ਕੇ ਘਰ ਲੈ ਜਾਣਾ ਵੀ ਨਿਮਰਤਾ ਵਾਲੀ ਪਾਈ ਸਿਰ 'ਚ ਜਿੱਥੇ ਇੱਥੋਂ ਜਲ ਲੈ ਕੇ ਪੀਣਾ ਇਹਦੇ ਨਾਲ ਕੀ ਹੋ ਜਾਏਗਾ ਜੀ ਨਿਮਰਤਾ ਹੁੰਦੀ ਹੈ ਮਾੜਾ ਜਿਹਾ ਛੇੜ ਕੇ ਵੇਖੋ ਭਲਾ ਨਿਮਰਤਾ ਡੁੱਲ ਡੁੱਲ ਪੈਂਦੀ ਜੀ ਉੱਥੇ ਲੜਨ ਤੱਕ ਨਹੀਂ ਆਉਂਦੇ ਉੱਥੇ ਗੁਰਦੁਆਰਿਆਂ ਵਿੱਚ ਧੱਕੇ ਨਹੀਂ ਵੱਜਦੇ ਇੱਕ ਦਿਨ ਗਾਂਹ ਹੋ ਕੇ ਪ੍ਰਸ਼ਾਦਾ ਛਕੂ ਜੇ ਬਾਹੋਂ ਫੜ ਫੜ ਤੋੜਦੇ ਉੱਥੇ ਫਿਰ ਤਾਂ ਨਿਮਰਤਾ ਦੇ ਪਹੁੰਚ ਹੋਣੀ ਚਾਹੀਦੀ ਸੀ ਬੰਦੇ ਸਾਰੇ ਉੱਥੇ ਹਾਂ ਵਿੱਚ ਭਰੀਏ ਹਾਂ ਵਿੱਚ ਧੋਵੈ ਧੋਣ ਦਾ ਨਾਟਕ ਵੀ ਕਰਦਾ ਤੇ ਵਿੱਚ ਹਾਂ ਕਰਕੇ ਕਰਦਾ ਤੇ ਪਾਸ਼ਕ ਨੇ ਹਾਂ ਵਿੱਚ ਜਾਤੀ ਜਿਨਸੀ ਖੋਵੈ ਉੱਦਾਂ ਜਾਤ ਪਾਤ ਨੂੰ ਮੰਨਦਾ ਪਰ ਕਈ ਵਾਰੀ ਆਪਣੀ ਹਉਮੈ ਨੂੰ ਬਰਕਰਾਰ ਰੱਖਣ ਲਈ ਵਿੱਚ ਹਾਂ ਕਰਕੇ ਜਾਤੀ ਜਿਨਸੀ ਇਹਨਾਂ ਨੂੰ ਖੋਹ ਵੀ ਦਿੰਦਾ ਪਰਾਂ ਵੀ ਕਰਨ ਤਾਂ ਕਿ ਨਾ ਛੇਵੇਂ ਕਾਮ ਨਾ ਪੁੱਛੇ ਜਾਤ ਜਦੋਂ ਕਾਮ ਵਾਸ਼ਨਾ ਸਿਰ ਨੂੰ ਚੜ੍ਹਦੀਆਂ ਉਦੋਂ ਜਾਤ ਪਾਤ ਪਾਸੇ ਕਰ ਦਿੰਦਾ ਵਿੱਚ ਹਾਂ ਉਹਦੇ ਨਹੀਂ ਮੈਨੂੰ ਕੋਈ ਇਤਰਾਜ਼ ਥੋੜ੍ਹਾ ਆਪ ਜਾਤਾਂ ਪਾਤਾਂ ਨੂੰ ਮੰਨਦੇ ਨਹੀਂ ਉੱਦਾਂ ਜਾਤਾਂ ਪਾਤਾਂ ਨੂੰ ਪੂਰਾ ਮੰਨਦਾ ਪਰ ਕਈ ਵਾਰੀ ਹਉਮੈ ਨੂੰ ਬਰਕਰਾਰ ਰੱਖਣ ਲਈ ਵਿੱਚ ਹਾਂ ਕਰਕੇ ਜਾਤੀ ਜਿਨਸੀ ਖੋਵੇ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਤੇ ਵਿੱਚ ਹਾਂ ਕਰਕੇ ਕਈ ਵਾਰੀ ਮੂਰਖ ਤੇ ਕਦੀ ਸਿਆਣਾ ਬਣ ਜਾਂਦਾ ਉਹਦੇ ਕੰਮ ਬਣਾਉਂਦੇ ਨੇ ਨਾ ਮੂਰਖ ਤੇ ਸਿਆਣਾ ਚਾਰ ਕੰਮ ਚੰਗੇ ਕਰਤੇ ਤੇ ਸਿਆਣਾ ਕਹਿਣ ਲੱਗ ਪਏ ਚਾਰ ਕੰਮ ਮਾੜੇ ਕੀਤੇ ਤੇ ਮੂਰਖਾਂ ਦੀ ਲੈਣ ਵਿੱਚ ਖੜਾ ਕਰਤਾ ਪਾਤਸ਼ਾਹ ਕਹਿੰਦੇ ਪਤਾ ਕਿਉਂ ਹੋ ਰਿਹਾ ਕਿਉਂਕਿ ਮੋਖ ਮੁਕਤ ਕੀ ਸਾਰ ਨਾ ਜਾਣਾ ਇਹਨੂੰ ਮੋਖ ਮੁਕਤੀ ਦੀ ਸਾਰ ਹੀ ਨਹੀਂ ਪਤਾ ਇਹਨੂੰ ਪਤਾ ਹੀ ਹੈ ਨਹੀਂ ਹੁਣ ਮੋਖ ਕੇ ਤੋਂ ਲੈਣੀ ਹੈ ਵਿੱਚ ਹਾਂ ਤੋਂ ਹਉਮੈ ਤੋਂ ਮੁਕਤੀ ਲੈਣੀ ਹੈ ਹੁਣ ਇਹ ਸਮਝ ਆ ਗਈ ਨਾ ਹਉਮੈ ਜਿਉਂਦੇ ਬੰਦੇ ਨੂੰ ਤੇ ਮੁਕਤੀ ਵੀ ਜਿਉਂਦੇ ਚਾਹੀਦੀ ਨਾ ਮੋਖ ਮੁਕਤ ਕੀ ਸਾਰ ਨਾ ਜਾਣੇ ਨੂੰ ਕਦਰ ਨਹੀਂ ਆ ਕਹਿੰਦੇ ਹਾਂ ਵਿੱਚ ਮਾਇਆ ਹਾਂ ਵਿੱਚ ਹੀ ਮਾਇਆ ਵਾ ਤੇ ਹਾਂ ਵਿੱਚ ਛਾਇਆ ਛਾਇਆ ਮੀਨ ਕੀ ਹੈ ਪਰਛਾਵਾਂ ਪ੍ਰਭਾਵ ਹਉਮੈ ਦਾ ਮਾਇਆ ਦਾ ਅਰਥ ਹੈ ਪਕੜ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਵਿੱਚ ਹਾਂ ਹੀ ਮਾਇਆ ਵਾ ਵਿੱਚ ਹਾਂ ਹੀ ਇਹਦਾ ਪ੍ਰਭਾਵ ਆ ਇਸੇ ਕਰਕੇ ਜੰਮਣ ਮਰਨ ਦੀ ਪ੍ਰਕਿਰਿਆ ਜਿਹੜੀ ਹੈ ਉਹ ਬਰਕਰਾਰ ਹੈ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਉਮੈ ਕਰ ਕਰ ਜੰਤ ਪਾਇਆ ਇਸੇ ਹਾਂ ਕਰਕੇ ਹੀ ਜੰਤ ਜੰਮਣ ਮਰਨ ਦੇ ਵਿੱਚ ਪਿਆ ਹੋਇਆ ਹੈ ਹਉਮੈ ਇਹਨੂੰ ਜੰਮਣ ਮਰਨ ਵਿੱਚ ਹਉਮੈ ਸੁੱਖਣ ਨਹੀਂ ਦਿੰਦੀ ਬੰਦੇ ਦੀ ਤਰੱਕੀ 'ਚ ਸਭ ਤੋਂ ਵੱਡੀ ਰੁਕਾਵਟ ਹਉਮੈ ਹੈ ਜਦੋਂ ਗੁਰੂ ਅਰਜਨ ਸਾਹਿਬ ਨੇ ਤਾਂ ਗਿਣਤੀ ਕੀਤੀ ਨਾ ਉੱਥੇ ਸ਼ਬਦ ਵਰਤਿਆ ਹੈ ਹਉਮੈ ਹਉਮੈ ਰੋਗ ਮਾਨੁਖ ਕੋ ਦੀਨਾ ਕਾਮ ਰੋਗ ਮੈਗਲ ਬਸ ਲੀਨਾ ਦ੍ਰਿਸ਼ਟ ਰੋਗ ਪਚ ਮੂਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਸਤਿਗੁਰ ਜੋਗੀ ਉੱਥੇ ਗਿਣਤੀ ਕੀਤੀ ਤੇ ਹਉਮੈ ਬੰਦੇ ਦੇ ਹਿੱਸੇ ਆਈ ਹੈ ਮੈਂ ਇੱਦਾਂ ਕੀਤਾ ਵੈਸੇ ਮੈਂ ਆਹ ਕੰਮ ਕੀਤਾ ਇਹ ਹਉਮੈ ਨਹੀਂ ਆ ਮੈਂ ਆਹ ਕੰਮ ਕੀਤਾ ਤਾਂ ਸਿਰਫ ਮੈਂ ਹੀ ਕਰ ਸਕਦਾ ਦੂਜਾ ਤੇ ਦੁਨੀਆ ਤੇ ਕੋਈ ਬੰਦਾ ਆਇਆ ਹੀ ਨਹੀਂ ਇਹ ਕੰਮ ਕਰ ਦੇਵੇ ਦੂਜੇ ਕਿਸੇ ਕੋਲ ਹੋਣਾ ਹੀ ਨਹੀਂ ਜਿੰਨਾ ਮੇਰਾ ਦਿਮਾਗ ਕੰਮ ਕਰਦਾ ਇਹ ਵੀ ਕਿਸੇ ਨੂੰ ਕਈ ਬੰਦੇ ਪਤਾ ਸਾਰਿਆਂ ਨੂੰ ਜਿੰਨਾ ਮੇਰਾ ਦਿਮਾਗ ਕੰਮ ਕਰਦਾ ਕਿਸੇ ਦਾ ਨਹੀਂ ਇਹ ਕਈ ਬੰਦੇ ਇੱਦਾਂ ਦੇ ਹੁੰਦੇ ਨਾ ਆਪਣੇ ਦਿਮਾਗ ਦੀ ਆਪੇ ਵਡਿਆਈ ਕਰੀ ਜਾਣੀ ਉਹ ਭਲਿਆ ਤੇ ਤੇਰੇ ਵਿਹਾਰ ਨੇ ਦੱਸਣਾ ਤੇਰੇ ਨਾਲ ਵਾਹ ਪੈਣ ਵਾਲਿਆਂ ਦੱਸਣਾ ਵੀ ਤੇਰਾ ਦਿਮਾਗ ਕਿੰਨਾ ਕੁ ਤੇਜ਼ ਹੈ ਪਰ ਵਿੱਚ ਹਾਂ ਪਾਤਸ਼ਾਹ ਕਹਿੰਦੇ ਨੇ ਹਉਮੈ ਕਰ ਕਰ ਜੰਤ ਉਪਾਇਆ ਹਉਮੈ ਬੁੱਝੇ ਜਦੋਂ ਤੱਕ ਇਸ ਹਉਮੈ ਦੀ ਇਸ ਪ੍ਰਕਿਰਿਆ ਨੂੰ ਤੂੰ ਬੁੱਝਦਾ ਨਹੀਂ ਤੈਨੂੰ ਦਰ ਦੀ ਸਮਝ ਨਹੀਂ ਆਉਣੀ ਹਉਮੈ ਬੁੱਝੇ ਤਾਂ ਦਰ ਸੁਝੇ ਤਾਂ ਹੀ ਤੈਨੂੰ ਉਹਦੇ ਦਰ ਦੀ ਸਮਝ ਪੈਣੀ ਹੈ ਕਿਹੜੇ ਦਰ ਦੀ ਸੋ ਦਰ ਕਿਹਾ ਸੋ ਕਰਕੇ ਉਹ ਦਰ ਹਉਮੈ ਬੁੱਝੇ ਤਾਂ ਦਰ ਸੁਝੇ ਤੇ ਗਿਆਨ ਵੀ ਹੋਣਾ ਗਿਆਨ ਤੋਂ ਸਖਣਾ ਰੱਬੀ ਗਿਆਨ ਤੋਂ ਸਖਣਾ ਰੱਬੀ ਸਮਝ ਤੋਂ ਸਖਣਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਗਿਆਨ ਵੀ ਹੋਣਾ ਕਥ ਕਥ ਲੁਝੇ ਰੱਬ ਦੀ ਸਮਝ ਤੋਂ ਬਿਨਾਂ ਸੱਚੇ ਗਿਆਨ ਤੋਂ ਬਿਨਾਂ ਕਥ ਕਥ ਕੇ ਆਖ ਆ ਕੇ ਲੁਝੇ ਅੰਦਰੋਂ ਲੂਝਦਾ ਸੜਦਾ ਹੈ ਨਾਨਕ ਹੁਕਮੀ ਲਿਖੀ ਹੈ ਲੇਖ ਜਿਹਾ ਵੇਖਾਂ ਤਿਹਾ ਵੇਖ ਜਿੱਦਾਂ ਦਾ ਬੰਦਾ ਵੇਖਦਾ ਜਿੱਦਾਂ ਦਾ ਬੰਦੇ ਦਾ ਵਿਹਾਰ ਹੈ ਜਿੱਦਾਂ ਦਾ ਬੰਦਾ ਵਰਤੋਂ ਕਰਦਾ ਹੈ ਜਿੱਦਾਂ ਦੇ ਬੰਦੇ ਦੇ ਅੰਦਰ ਸੰਸਕਾਰ ਹੈ ਉੱਦਾਂ ਦੀ ਉਹਦੇ ਅੰਦਰ ਦੀ ਸ਼ਕਲ ਬਣ ਜਾਂਦੀ ਹੈ ਤੇ ਨਾਨਕ ਹੁਕਮੀ ਲਿਖੇ ਲੇਖੇ ਨਾਨਕ ਉੱਦਾਂ ਦਾ ਹੀ ਉਸ ਪਰਮੇਸ਼ਰ ਦੇ ਹੁਕਮ ਵਿੱਚ ਉਹਦੇ ਮੱਥੇ ਤੇ ਲੇਖ ਲਿਖਿਆ ਜਾਂਦਾ ਇਹਦਾ ਮਤਲਬ ਲੇਖ ਚੰਗਾ ਲਿਖਣਾ ਹੈ ਕਿ ਮਾੜਾ ਲਿਖਣਾ ਹੈ ਇਹ ਬੰਦੇ ਤੇਰੇ ਆਪਣੇ ਹੱਥ ਵਿੱਚ ਹੈ ਤਾਂ ਹੀ ਆਖਦੇ ਨੇ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਹੁਣ ਆਹ ਮਸਤਕ ਭਾਗ ਹੈ ਨਾ ਇਹ ਤੇਰੇ ਆਪਣੇ ਹੱਥ ਵਿੱਚ ਹੈ ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਨਹੀਂ ਕਿਹਾ ਏਤ ਖਜ਼ਾਨੇ ਲਿਆ ਰਲਾਏ ਉਹ ਇਸ ਖਜ਼ਾਨੇ ਵਿੱਚ ਉਹੀ ਭਾਈਵਾਲ ਬਣੇਗਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਂਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਾਧੋ ਜਾਈ
कहो नानक जिस मस्तक लेख लिखाए सोए त खजाने लै रलाए। जिस मस्तक, जिन्हें अपने मस्तक ते ये लेख लिख लिया, जिवें डॉक्टरी लिखी जाती है, ला लिखिया जाता है, जो भी बंदा इत्थे लिखता इत्थों सियाणा बनता है। कहो नानक जिस मस्तक लेख लिखाए सोए त खजाने लै रलाए। वो इस खजाने का भाईवाल बन गए। कहो नानक पातशाह कहने लगे, हे नानक, जेड़ा बंदा उस हुक्मी दी हुक्म क्रिया नूं समझ गया, नानक हुक्मी लिखिए लेख जिहा वेखें तिहा वेख। हे नानक, उहदा हुक्म अनुसार उहदे मत्थे ते ये लेख लिखिया जाएगा। किहदे ते? जेड़ा बंदा जिद्दां दे संस्कार करदा। आओ अपने संस्कार चंगे करिए ते चंगी अपने अंदर दी शख्सियत बनाइए ताकि साडा लेख भी चंगा लिखिया जा सके। वड्याई वड्डा पाया पौड़ी नाल रखना भी वड्याइयां द्वारा ही उस वड्डे की प्राप्ति होनी है। इहदा अर्थ हौं विच रुकावट है वड्डे तक पहुँचण दी। इहनूं आपां समझीए ते आपां जिंदगी दे विच सचियारा बनने की कोशिश करिए। जदों असीं गुरु के उपदेश नूं समझांगे, ज्ञान भी होना कत कत लूझे। ये ज्ञान तो सखना बंदा कत कत के आख आके खिंचदा है, लूझदा है। नानक हुक्मी लिखिए लेख जिहा वेखें तिहा वेख। आओ साध संगत 7 नंबर पौड़ी दे नाल जिहड़े 2 सलोक आए ने, उन्हां सलोकां विचों पहले सलोक की अज आपां विचार तुहाडे नाल सांझी कीती है। इस तो अगला सलोक गुरु अंगद साहिब सच्चे पातशाह जी का है। ਉਹਦੇ ਵਿੱਚ ਵੀ ਗੁਰਦੇਵ ਪਿਤਾ ਮਹਾਰਾਜ ਜੀ ਨਾਲ ਇਸ ਸਲੋਕ ਨਾਲ ਰਲਦੇ ਵਿਚਾਰ ਜਿਹੜੇ ਆ ਉਹ ਸਾਡੇ ਸਾਹਮਣੇ ਰੱਖੇ ਨੇ। ਆਪਾਂ ਕੱਲ ਇਸੇ ਤਰ੍ਹਾਂ ਹੀ ਆਪਾਂ ਇਸ ਅਗਲੇ ਸਲੋਕ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗੇ। ਆਪਾਂ ਸਮਝਦੇ ਜਾਈਏ ਤੇ ਜਿਹੜੀ ਸਾਡੀ ਜ਼ਿੰਦਗੀ 'ਚ ਸਭ ਤੋਂ ਵੱਡੀ ਖੜੋਤ ਹੈ ਇਸ ਹੌਂ ਕਰਕੇ, ਵਿੱਚ ਹੌਂ ਕਰਕੇ, ਜਿਹੜੀ ਸਾਨੂੰ ਅੱਗੇ ਨਹੀਂ ਵਧਣ ਦਿੰਦੀ, ਆਓ ਇਹਨੂੰ ਪਰਾਂ ਕੱਢੀਏ। ਕਈ ਵਾਰੀ ਧੀ ਵੀ ਘਰ 'ਚ ਸਿਆਣੀ ਗੱਲ ਕਰ ਸਕਦੀ ਹੈ, ਨੂੰਹ ਵੀ ਕਰ ਸਕਦੀ ਹੈ, ਸੱਸ ਵੀ ਕਰ ਸਕਦੀ ਹੈ, ਪਤਨੀ ਪਤੀ ਵੀ, ਕੋਈ ਵੀ ਜੀ ਪੁੱਤ ਵੀ ਕਰ ਸਕਦਾ ਹੈ, ਦਾਦਾ ਵੀ ਕਰ ਸਕਦਾ ਹੈ, ਪੋਤਰੇ ਕੋਲੋਂ ਵੀ ਦਾਦੇ ਨੂੰ ਕੁਝ ਸਿੱਖਣ ਲਈ ਮਿਲ ਸਕਦਾ ਹੈ, ਦਾਦੀ ਨੂੰ ਸਿੱਖਣ ਲਈ ਮਿਲ ਸਕਦਾ ਹੈ, ਕੋਈ ਵੀ ਸਿਆਣਾ ਹੋ ਸਕਦਾ ਹੈ। ਪਰ ਕਈ ਵਾਰੀ ਵਿੱਚ ਹੌਂ ਕਰਕੇ ਤਰੇੜਾਂ ਪੈ ਜਾਂਦੀਆਂ ਨੇ। ਆਓ ਇਹਨਾਂ ਤਰੇੜਾਂ ਨੂੰ ਭਰਨ ਦੀ ਕੋਸ਼ਿਸ਼ ਕਰੀਏ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।